चक्र चिहन अर बरन रात अर पात नहंजे रूप रंग अर रेख पेख को कहना शक्त के अचल मूरत अनुभव प्रकाश हम तोज कह जय ओट इंद्र इंद्राण शाहु शाहान गणिजय त्रिभुवन महीप सुर नर असुर नेत नेत बन तृण कहत तव सर्ब नाम कथय कवन कर्म नाम बरनत सुमत बहुत जन्म बिछुरे थे माधो एह जन्म तुम्हारे लेखे कह रविदास आस लग जीवों चिर भयो दर्शन देखे सो कहो टल गुरु सेविया अहनिस सहज सुभाए दर्शन परस्य गुरु कै जन्म मरण दुख जाए सतनाम वाहिगुरु साहिब जियो नमस्तं अगाहे नमस्तं अबाहे नमस्तं त्रिवर्गे नमस्तं असर्गे नमस्तं अगाहे नमस्तं अबाहे नमस्तं त्रिवर्गे नमस्तं असर्गे नमस्तं परभोगे नमस्तं सोजोगे नमस्तं आरंगे नमस्तं अपंगे नमस्तं अगम्ये नमस्त सत रम्ये नमस्तं जलासुरे नमस्तं निरासुरे नमस्तं जलासुरे नमस्तं निरासुरे। वाहिगुरु जी का खालसा वाहिगुरु जी की फतेह। गरीब नवाज सतगुरु दसां पातशाहियां दी जोत सर्ब कला समरथ श्री गुरु ग्रंथ साहिब सच्चे पातशाह जी दे पावन पवित्र दरबार विच पहुँच के
ਆਪ ਜੀ ਆਪਣੇ ਮਨੁੱਖੀ ਤਨ ਨੂੰ ਸਫਲ ਕਰ ਰਹੇ ਹੋ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਜਾਪ ਸਾਹਿਬ ਦੇ ਆਪ ਜੀ ਨੇ 3 ਛੰਦ ਸਰਵਣ ਕੀਤੇ ਨੇ, 14, 15 ਔਰ 16 ਨੰਬਰ। ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ, ਉਹਦੇ ਸਵਰੂਪ ਨੂੰ ਦੇਖ ਕੇ ਉਸ ਦੇ ਦੀਦਾਰ ਆਪਣੀ ਅੱਖ ਨਾਲ ਸਾਹਮਣੇ ਕਰਕੇ ਇਹ ਬਚਨ, ਉਹਦੀ ਤਸਵੀਰ, ਉਹਦੀ ਮੂਰਤ, ਜੋ ਕੁਝ ਉਹਨਾਂ ਨੇ ਦੇਖਿਆ ਹੈ, ਜੋ ਕੁਝ ਉਹਨਾਂ ਨੇ ਮਾਣਿਆ ਹੈ, ਸਮਝਿਆ ਹੈ ਔਰ ਜਾਣਿਆ ਹੈ, ਇਹਨਾਂ ਸਾਰੀਆਂ ਚੀਜ਼ਾਂ ਦਾ ਜੋ ਇੱਕ ਅਨੁਭਵ, ਇੱਕ ਤਜਰਬਾ ਨਾਲੋਂ ਨਾਲ ਉਹਨਾਂ ਨੂੰ ਹੋਇਆ। ਇਹ ਬਾਣੀ ਇਸ ਤਰ੍ਹਾਂ ਦੀ ਹੈ ਕਿ ਜਿਹੜੀ ਤਜਰਬੇ ਕਰਨ ਤੋਂ ਬਾਅਦ ਨਹੀਂ ਲਿਖੀ ਗਈ, ਨਾਲੋਂ ਨਾਲ ਉਹਨਾਂ ਨੇ ਵੇਖਿਆ, ਨਾਲੋਂ ਨਾਲ ਉਹਨਾਂ ਨੇ ਬੋਲਿਆ ਹੈ। ਇੱਕ ਪਾਸੇ ਵੇਖਦੇ ਨੇ, ਇੱਕ ਪਾਸੇ ਉਹ ਉਸ ਤਸਵੀਰ ਨੂੰ ਬਿਆਨ ਕਰੀ ਜਾਂਦੇ ਨੇ। ਇਹਨਾਂ 3 ਛੰਦਾਂ ਵਿੱਚ ਵਿਸ਼ੇਸ਼ ਤੌਰ 'ਤੇ ਜੋ ਅੱਜ ਆਪਾਂ ਸਾਂਝ ਪਾਉਣੀ ਹੈ, ਹਜ਼ੂਰ ਕਹਿੰਦੇ ਨੇ ਤੈਨੂੰ ਨਮਸਕਾਰ ਹੈ, ਤੂੰ ਪ੍ਰਭੋਗੇ ਹੈ ਔਰ ਸੁਜੋਗੇ ਹੈ। ਇਹ 2 ਲਫ਼ਜ਼ ਬੜੇ ਕੀਮਤੀ ਨੇ। 2 ਚੀਜ਼ਾਂ ਦੇ ਉੱਤੇ ਸਤਿਗੁਰੂ ਨੇ ਇਹ ਇਕੱਠੇ ਲਫ਼ਜ਼ ਕਹੇ ਨੇ। ਤੂੰ ਭੋਗ ਵੀ ਕਰਨਾ, ਤੂੰ ਯੋਗੀ ਵੀ ਹੈ। ਨਮਸਤੰ ਪ੍ਰਭੋਗੇ। ਪ੍ਰਭੋਗੇ ਦਾ ਮਤਲਬ ਹੈ ਇਹਨਾਂ ਭੋਗਾਂ ਤੋਂ ਪਰੇ ਰਹਿਣਾ, ਜਿਹੜੇ ਸੰਸਾਰ ਦੇ ਨੇ, ਇਹਨਾਂ ਤੋਂ ਉੱਚਾ ਰਹਿਣਾ। ਵਿੱਚ ਵੀ ਹੈ, ਭੋਗੀਆਂ ਨੂੰ ਸ਼ਕਤੀ ਵੀ ਤੂੰ ਹੀ ਦੇਣਾ। ਜਿਹੜੇ ਸੰਸਾਰ ਦੇ ਭੋਗ ਕਰ ਰਹੇ ਨੇ, ਉਹਨਾਂ ਨੂੰ ਤਾਕਤ ਤੇਰੀ ਮਿਲਦੀ ਹੈ। ਜੇ ਉਹ ਵਿੱਚੋਂ ਤਾਕਤ ਤੂੰ ਕੱਢ ਲੈ, ਕੋਈ ਭੋਗ ਨਹੀਂ ਕਰ ਸਕੇਗਾ। ਜਬ ਆਪਣੀ ਜੋਤ ਤੂੰ ਖਿੰਚੈ ਸੁਆਮੀ, ਤਬ ਕੋਈ ਕਰੋ ਦਿਖਾ ਵਖਿਆਨਾ। ਇਹਨਾਂ ਸਾਰੇ ਸੰਸਾਰ ਦੇ ਜੀਵਾਂ ਦੇ ਵਿੱਚ ਬੈਠ ਕੇ ਵੇਖ ਰਿਹਾ ਕਿ ਜੀਵ ਇਸ ਸੰਸਾਰ ਦੀਆਂ ਚੀਜ਼ਾਂ ਨੂੰ ਭੋਗਦੇ ਨੇ, ਪਰ ਆਪ ਤੂੰ ਅਲੇਪ ਰਹਿੰਦਾ ਹੈ, ਤੂੰ ਉਹਨਾਂ ਦੇ ਵਿੱਚ ਫਸਦਾ ਨਹੀਂ। ਭੋਗੀ ਵੀ ਹੈ ਤੇ ਜੋਗੀ ਵੀ ਹੈ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤੇ, ਤੂੰ ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ। ਸੁਰਗ ਮਚ ਅਯਾਲ ਜੀਓ। ਇਹ ਇੱਕ ਬੜੀ ਔਖੀ ਗੱਲ ਹੈ। ਜੇ ਬੰਦਾ ਭੋਗੀ ਬਣਦਾ ਹੈ ਤੇ ਰੱਬ ਨਾਲ ਤਾਰ ਟੁੱਟ ਜਾਂਦੀ ਹੈ, ਜੋਗੀ ਨਹੀਂ ਰਹਿੰਦਾ। ਜਿਹੜੇ ਜੋਗੀ ਬਣਦੇ ਨੇ ਉਹ ਸੰਸਾਰ ਤੋਂ ਹੱਥ ਧੋ ਬਹਿੰਦੇ ਨੇ। ਦੋਵਾਂ ਨੂੰ ਇਕੱਠਾ ਕਰਨ ਵਾਲਾ ਇੱਕ ਐਸੀ ਸ਼ਖਸੀਅਤ, ਸਤਿਗੁਰੂ ਕਹਿੰਦੇ ਤੂੰ ਇੱਕੋ ਵਕਤ ਦੋਵੇਂ ਚੀਜ਼ਾਂ ਨੂੰ ਇਕੱਠਾ ਰੱਖਣਾ। ਔਰ ਇਹ ਪਾਵਨ ਪਵਿੱਤਰ ਸਿਧਾਂਤ ਸਤਿਗੁਰੂ ਨੇ ਸਾਨੂੰ ਦਿੱਤਾ ਹੈ। ਤੂੰ ਸੰਸਾਰ ਦੇ ਰਸਾਂ ਨੂੰ ਲੈਂਦਾ ਹੋਇਆ ਉਹਦੀ ਮੈਲ ਤੋਂ ਬਚਿਆ ਰਹਿਣਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਅਕਾਲ ਪੁਰਖ ਵਾਹਿਗੁਰੂ ਦਾ ਇਹ ਗੁਣ ਆਪਣੀ ਬਾਣੀ ਵਿੱਚ ਕਿਹਾ ਹੈ। ਨਹੀਂ ਤੇ ਇੱਕ ਬੰਦਾ ਕੰਮ ਕਰੇਗਾ ਮਿੱਟੀ ਦਾ, ਮਿੱਟੀ ਤਾਂ ਉਹਨੂੰ ਲੱਗੇਗੀ ਜ਼ਰੂਰ। ਕੋਈ ਵਿਅਕਤੀ ਕੱਪੜੇ ਰੰਗਣ ਦਾ ਕੰਮ ਕਰਦਾ ਹੈ ਤਾਂ ਰੰਗਣ ਲੱਗਿਆ ਉਹਨਾਂ ਦੀਆਂ ਛਿੱਟਾਂ ਉਹਦੇ ਉੱਤੇ ਕੱਪੜਿਆਂ 'ਤੇ ਜ਼ਰੂਰ ਪੈਣਗੀਆਂ, ਪਤਾ ਲੱਗ ਜਾਏਗਾ ਕੱਪੜੇ ਰੰਗਣ ਵਾਲਾ। ਕੋਈ ਮਨੁੱਖ ਦੀਵਾਰਾਂ ਨੂੰ ਕਲੀ ਕਰਦਾ
ਰੰਗ ਰੋਗਨ ਕਰਦਾ ਤਾਂ ਉਹਦੀਆਂ ਛਿੱਟਾਂ ਉਹਦੇ ਕੱਪੜਿਆਂ ਤੇ ਪਈਆਂ ਹੋਈਆਂ ਉਹ ਦੱਸ ਦਿੰਦੀਆਂ ਵੀ ਇਹ ਕਲੀ ਕਰਨ ਵਾਲਾ, ਇਹ ਰੰਗ ਕਰਨ ਵਾਲਾ ਹੈ। ਉਹ ਉਸ ਚੀਜ਼ ਨਾਲ ਸੰਬੰਧਿਤ ਹੋ ਜਾਂਦਾ ਹੈ, ਉਹਦੇ ਉੱਤੇ ਮੋਹਰ ਲੱਗ ਜਾਂਦੀ ਹੈ ਵੀ ਇਹ ਕੰਮ ਕਰਦਾ ਹੈ। ਕੋਈ ਮਨੁੱਖ ਮਸ਼ੀਨਰੀ ਦਾ ਕੰਮ ਕਰਦਾ ਹੈ, ਪੁਰਜੇ ਖੋਲ੍ਹਦਾ, ਬੰਨ੍ਹਦਾ, ਰਿਪੇਅਰਿੰਗ ਕਰਦਾ ਹੈ, ਉਹਦੇ ਹੱਥਾਂ ਦੀਆਂ ਲਕੀਰਾਂ ਵਿੱਚ ਪਿਆ ਹੋਇਆ ਕਾਲਾ ਤੇਲ ਇੱਕ ਖਬਰ ਦਿੰਦਾ ਹੈ ਵੀ ਇਸ ਕਰਮ ਦੇ ਨਾਲ ਜੁੜਿਆ ਹੋਇਆ ਹੈ। ਉਹਦਾ ਬੈਕ ਪ੍ਰੈਸ਼ਰ ਉਹਦੇ ਉੱਤੇ ਪੈ ਜਾਂਦਾ, ਧੱਬਾ ਲੱਗ ਜਾਂਦਾ ਹੈ, ਉਹਦੇ ਤੋਂ ਪ੍ਰਭਾਵਿਤ ਰਹਿੰਦਾ ਹੈ। ਕੋਈ ਆਦਮੀ ਲੱਕੜ ਦਾ ਕੰਮ ਕਰਦਾ ਹੋਵੇ, ਉਹਦੇ ਹੱਥਾਂ ਦੀਆਂ ਪਈਆਂ ਹੋਈਆਂ ਝਰੀਟਾਂ ਦੱਸਦੀਆਂ ਨੇ। ਕੋਈ ਕਿਸੇ ਵੀ ਤਰ੍ਹਾਂ ਦਾ ਕੰਮ ਕਰਦਾ ਹੈ, ਉਸ ਕੰਮ ਨਾਲ ਉਹ ਲਿਪਤ ਹੋ ਜਾਂਦਾ ਹੈ, ਉਹਦੇ ਉੱਤੇ ਉਹਦੀ ਮੋਹਰ ਲੱਗ ਜਾਂਦੀ ਹੈ, ਉਹਦੇ ਨਾਲ ਉਹ ਜੁੜ ਜਾਂਦਾ ਹੈ। ਪਰ ਇੱਕੋ ਇੱਕ ਹਸਤੀ ਹੈ। ਸਤਿਗੁਰੂ ਕਹਿੰਦੇ ਤੂੰ ਸਾਰੇ ਕੰਮ ਕਰਨਾ ਵੀ ਹੈ, ਸਾਰੇ ਭੋਗ ਕਰਨਾ ਵੀ ਹੈ, ਪਰ ਕਿਸੇ ਭੋਗ ਦਾ ਧੱਬਾ ਤੇਰੇ ਤੇ ਨਹੀਂ ਲੱਗਦਾ। ਨਹਿ ਕਲੰਕੀ ਸਰੂਪੇ, ਅੱਗੇ ਆਵੇਗਾ ਸ਼ਬਦ, ਕਲੰਕ ਨਹੀਂ ਲੱਗਦਾ। ਕੋਈ ਉਹਦੇ ਉੱਤੇ ਆਰੋਪਿਤ ਨਹੀਂ ਕਰ ਸਕਦਾ ਵੀ ਰੱਬ ਨੇ ਇਹ ਕੰਮ ਕੀਤਾ ਹੈ। ਸ਼ਕਤੀ ਤੇ ਦੇ ਹੀ ਰਿਹਾ ਹੈ। ਇਹ ਦਸ਼ਾ ਹੀ ਬ੍ਰਹਮ ਗਿਆਨੀ ਦੀ ਗੁਰੂ ਸਾਹਿਬ ਨੇ ਕਹੀ। ਕਿਉਂਕਿ ਮੈਂ ਬੇਨਤੀ ਕੀਤੀ ਸੀ, ਜਿਹੜੇ ਜਾਪ ਸਾਹਿਬ ਵਿੱਚ ਰੱਬ ਦੇ ਨਾਮ ਨੇ, ਇਹ ਇੱਕ ਪਾਸੇ ਰੱਬ ਦਾ ਸੁਭਾਅ ਹੈ, ਤੇ ਜੇ ਇਹਨੂੰ ਵੇਖਣਾ ਹੋਵੇ ਵੀ ਇਹ ਕਿਤੇ ਵਾਪਰ ਰਿਹਾ ਕਿ ਨਹੀਂ, ਤੇ ਫਿਰ ਤੁਹਾਨੂੰ ਉਸ ਬੰਦੇ ਨੂੰ ਲੱਭਣਾ ਪਏਗਾ, ਸਰੀਰਧਾਰੀ ਨੂੰ, ਜਿਹਦੇ ਅੰਦਰ ਗੁਰੂ ਦੀ ਬਖਸ਼ਿਸ਼ ਟਿਕ ਗਈ ਹੈ। ਉਹ ਇਸ ਤਰ੍ਹਾਂ ਦਾ ਹੋਵੇਗਾ ਜੋ ਕੁਝ ਜਾਪ ਸਾਹਿਬ ਵਿੱਚ ਲਿਖਿਆ ਹੋਇਆ ਹੈ। ਖਾਏਗਾ, ਖਾਣਾ ਇੱਕ ਭੋਗ ਹੈ, ਭੋਜਨ ਖਾਏਗਾ, ਪਰ ਭੋਜਨ ਦਾ ਰਸ ਵੀ ਲਏਗਾ, ਪਰ ਉਹਦੇ ਵਿੱਚ ਬੱਝੇਗਾ ਨਹੀਂ, ਉਹਦਾ ਗੁਲਾਮ ਨਹੀਂ ਬਣੇਗਾ ਵੀ ਇੰਨਾ ਸਵਾਦ ਹੈ ਤੇ ਇਹਦਾ ਗੁਲਾਮ ਹੀ ਬਣ ਗਿਆ। ਪਰਤ ਪਰਤ ਕੇ ਉਹਦਾ ਚਿੰਤਨ ਨਹੀਂ ਕਰੇਗਾ, ਖਾਧਾ ਤੇ ਗਿਆ, ਖਤਮ ਹੋ ਗਿਆ। ਉਹ ਨਾਲੋਂ ਨਾਲ ਆਪਣੇ ਉੱਤੋਂ ਮੈਲ ਨੂੰ ਲਾਹੀ ਜਾਂਦਾ ਹੈ, ਕਿਸੇ ਕਰਮ ਦੀ ਉਹਦੇ ਉੱਤੇ ਮੈਲ ਨਹੀਂ ਪੈਂਦੀ। ਤੇ ਜਿੱਦਣ ਬੰਦਾ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ, ਦੁੱਖ ਸਿਰਫ ਉਹਦਾ ਹਟਦਾ, ਦੂਜੇ ਕਿਸੇ ਦਾ ਨਹੀਂ। ਜਿਹੜਾ ਮਨੁੱਖ ਕਰਮਾਂ ਨਾਲ ਬੱਝ ਗਿਆ, ਦੁੱਖ ਹਟਣ ਦਾ ਸਵਾਲ ਹੀ ਨਹੀਂ। ਦੁਨੀਆ ਦੀ ਕੋਈ ਔਸ਼ਧੀ ਨਹੀਂ, ਦੁਨੀਆ ਦੀ ਕੋਈ ਦਵਾਈ ਨਹੀਂ ਕਿ ਅਸੀਂ ਕੰਮ ਕਰੀਏ ਤੇ ਕੰਮ ਨਾਲ ਚੰਬੜ ਜਾਈਏ ਤੇ ਦੁੱਖ ਹਟ ਜਾਏ। ਨਹੀਂ ਹਟ ਸਕਦਾ। ਦੁੱਖ ਉਦਣ ਹੀ ਹਟਣਾ ਹੈ ਜਿੱਦਣ ਕੰਮ ਵੀ ਕੀਤਾ ਤੇ ਕਰਮ ਕਰਤ ਹੋਵੇ ਨਿਹ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ। ਬੀਜ ਬੀਜੇ, ਉਹ ਕਿਵੇਂ ਦਾ ਕਿਸਾਨ ਹੋਵੇਗਾ ਕਿ ਖੇਤ ਵਾਹ ਰਿਹਾ, ਬੀਜ ਦੇ ਰਿਹਾ, ਬੀਜ ਬੀਜ ਰਿਹਾ, ਪਰ ਉਹਨੂੰ ਕੋਈ ਪਰਵਾਹ ਨਹੀਂ ਇਹਨੇ ਕਿੰਨੇ ਚਿਰ ਵਿੱਚ ਉਗਣਾ ਹੈ, ਕਿੰਨੇ ਸਮੇਂ ਬਾਅਦ ਇਹਨੂੰ ਦਾਣੇ ਲੱਗਣੇ, ਕਿੰਨੇ ਹਜ਼ਾਰ ਦੀ ਨਿਕਲੇਗੀ, ਇਹ ਕਦੀ ਖਿਆਲ ਹੀ ਨਹੀਂ ਆਇਆ। ਤਾਂ ਸਤਿਗੁਰੂ ਨੇ ਅੱਗੇ ਜਾ ਕੇ ਬਚਨ ਕਹੇ, ਨਮੋ ਬੀਜ ਬੀਜੇ ਅਖਿਜੇ ਅਭਿਜੇ। ਭਿੱਜਦਾ ਨਹੀਂ ਉਹ ਕਿਸੇ ਚੀਜ਼ ਵਿੱਚ। ਉਹ ਬੀਜ ਬੀਜਦਾ ਹੈ, ਕਾਹੂ ਫਲ ਕੀ ਇੱਛਾ ਨਹੀਂ ਬਾਂਛ ਹੈ। ਇੱਕ ਬੂਟਾ ਲਾਉਣਾ, ਅੰਬ ਦਾ ਬੂਟਾ ਲਾਉਣਾ, ਪਰ ਇਹ ਨਹੀਂ ਇੱਛਾ ਵੀ ਜ਼ਰੂਰ ਇਹਨੂੰ ਅੰਬ ਲੱਗੇ ਮੈਂ ਖਾਵਾਂਗਾ, ਨਹੀਂ, ਸਿਰਫ ਕੰਮ ਕਰਦਾ ਹੈ। ਇਸ ਨੂੰ ਕਹਿੰਦੇ ਨੇ ਭਾਈ ਕਨ੍ਹਈਏ ਦੀ ਬਿਰਤੀ। ਭਾਈ ਕਨ੍ਹਈਏ ਵਿੱਚ ਕੀ ਵਾਪਰਿਆ ਸੀ? ਭਾਈ ਕਨ੍ਹਈਏ ਵਿੱਚ ਇਹ ਗੱਲ ਵਾਪਰ ਗਈ ਕਿ ਉਹ ਜਿਹੜਾ ਕੰਮ ਕਰਦਾ ਸੀ ਉਹਦੇ ਵਿੱਚ ਉਹਦਾ ਸਵੈ ਅਰਥ ਨਹੀਂ ਸੀ, ਜਿਹਨੂੰ ਆਂਦੇ ਨੇ ਸਵਾਰਥੀ। ਅਸੀਂ ਜਿੰਨੇ ਕੰਮ ਕਰਨੇ ਉਹਦੇ ਵਿੱਚ ਸਾਡਾ ਆਪਣਾ ਸਵਾਰਥ ਜੁੜਿਆ ਹੁੰਦਾ, ਉਹਦੇ ਵਾਸਤੇ ਕਰਨੇ। ਉਹ ਸਾਰੇ ਕੰਮ ਦੁੱਖ ਰੂਪ ਨੇ। ਜਿਹੜੇ ਕੰਮ ਬੰਦਾ ਸਿਰਫ ਆਪਣੇ ਆਪ ਵਾਸਤੇ ਕਰਦਾ ਹੈ। ਜਦੋਂ ਮਨੁੱਖ ਬਿਨਾਂ ਕਿਸੇ ਰਿਜ਼ਲਟ ਤੋਂ, ਬਿਨਾਂ ਫਲ ਤੋਂ ਬੀਜ ਬੀਜੀ ਜਾਏ, ਕਰੀ ਜਾਏ ਕੰਮ, ਫਲ ਕੁਝ ਨਾ ਚਾਹਵੇ, ਵਾਸ਼ਨਾ ਤੋਂ ਰਹਿਤ ਬੀਜੇ, ਤੇ ਉਹ ਕੌਣ ਹੋਏਗਾ? ਪਰਉਪਕਾਰੀ ਹੋਵੇਗਾ। ਜਿੰਨੇ ਕੰਮ ਸਵਾਰਥ ਵਿੱਚ ਨੇ, ਜਿੰਨੇ ਕੰਮ ਅਸੀਂ ਆਪਣੇ ਆਪ ਵਾਸਤੇ ਕਰਾਂਗੇ, ਉਹ ਕੰਮ ਦੁੱਖ ਬਣ ਜਾਣਗੇ। ਜਿਹੜੇ ਕੰਮ ਖੁੱਲ੍ਹੇ ਹੋਣਗੇ, ਪਤਾ ਨਹੀਂ ਕਿਹਦੇ ਕੰਮ ਆਏਗਾ ਇਹ ਸਭ ਕੁਝ ਮੈਂ ਕਰੀ ਜਾ ਰਿਹਾ, ਪਤਾ ਨਹੀਂ ਕਿਸ ਦੇ ਕੰਮ ਆਏਗਾ, ਤਾਂ ਉਹ ਸਿਰਫ
ਸੰਤ ਹੋ ਸਕਦਾ, ਉਹ ਸਿਰਫ ਭਾਈ ਕਨ੍ਹਈਆ ਹੋ ਸਕਦਾ ਹੈ। ਉਹ ਆਪਣਾ ਤਨ ਵੀ, ਆਪਣਾ ਸਾਰਾ ਜੀਵਨ ਕਿਸੇ ਪ੍ਰਯੋਜਨ ਹਿੱਤ ਨਹੀਂ ਰੱਖਦਾ, ਸਭ ਕੁਝ ਵਾਰ ਦਿੰਦਾ ਹੈ। ਮੈਂ ਬੇਨਤੀ ਕਰ ਰਿਹਾ ਸੀ ਕਿ ਕਾਹੂ ਫਲ ਕੀ ਇੱਛਾ ਨਹੀਂ ਬਾਂਛੈ। ਇਹਦਾ ਮਤਲਬ ਇਹ ਨਹੀਂ ਕਿ ਉਹ ਫਲ ਬੀਜਦਾ ਹੀ ਨਹੀਂ, ਬੂਟਾ ਜ਼ਰੂਰ ਬੀਜਦਾ ਹੈ, ਖਿਆਲ ਰੱਖਣਾ। ਸਿੱਖ ਨੂੰ ਇਹ ਨਹੀਂ ਕਿਹਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਕਈ ਵਾਰੀ ਪੜ੍ਹ ਕੇ ਅਸੀਂ ਕਹਿੰਦੇ ਹਾਂ, ਕੱਲ੍ਹ ਹੀ ਮੈਨੂੰ ਸਿੰਘ ਕਹਿ ਰਿਹਾ ਸੀ ਵੀ ਦੁਨੀਆ ਅਸਾਰ ਹੈ। ਅਸਾਰ ਦਾ ਮਤਲਬ ਕਿਸੇ ਕੰਮ ਦੀ ਨਹੀਂ, ਨਿਕੰਮੀ ਹੈ, ਫਿਰ ਕੁਝ ਵੀ ਨਹੀਂ ਕਰਨਾ ਚਾਹੀਦਾ। ਅਸਾਰ ਦਾ ਮਤਲਬ ਇਹਦਾ ਕੋਈ ਰਿਜ਼ਲਟ ਨਹੀਂ ਨਿਕਲਦਾ ਸੰਸਾਰ ਦਾ, ਇਹ ਕਿਤੇ ਖਤਮ ਨਹੀਂ ਹੁੰਦੀ ਗੱਲ, ਤ੍ਰਿਪਤੀ ਨਹੀਂ ਹੁੰਦੀ ਇਹਦੇ ਵਿੱਚ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਾਰੀ ਬਾਣੀ ਪੜ੍ਹ ਕੇ ਵੇਖੋ, ਕਹਿੰਦੇ ਝੂਠ ਹੈ ਸਾਰਾ, ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ, ਕਹੋ ਨਾਨਕ ਥਿਰ ਨਾ ਰਹੈ, ਜਿਉਂ ਬਾਲੂ ਕੀ ਭੀਤ, ਜਿਉਂ ਸੁਪਨਾ ਅਰ ਪੇਖਣਾ, ਐਸੇ ਜਗ ਕੋ ਜਾਣ ਕੁਝ ਵੀ ਨਹੀਂ ਹੈ। ਸਭ ਮਿਥਿਆ ਹੈ, ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਤਨ ਮਾਲ, ਇਹ ਸਾਰਾ ਕੁਝ ਵੀ ਨਹੀਂ। ਇਹਦੇ ਅਰਥ ਕੀ ਕਰਾਂਗੇ ਕਿ ਸਿੱਖ ਮੂੰਹ ਤੇ ਕੱਪੜਾ ਬੰਨ੍ਹ ਕੇ ਲੰਮਾ ਪੈ ਜਾਏ, ਕੰਮ ਨਾ ਕਰੇ, ਰੋਟੀ ਨਾ ਖਾਵੇ, ਕਰਮ ਨਾ ਕਰੇ? ਨਹੀਂ, ਇਹਦੇ ਇਹ ਅਰਥ ਨਹੀਂ। ਇਹਦੇ ਅਰਥ ਇਹ ਹੋ ਸਕਦੇ, ਸਿੱਖ ਕਰਮ ਕਰੇ, ਕਰਮ ਦੇ ਫਲ ਦੀ ਇੱਛਾ ਨਾ ਕਰੇ, ਫਿਰ ਵੇਖਣਾ ਕਰਕੇ 4 ਦਿਨ। ਬੰਦਾ ਤੇ ਬਾਣੀ ਵੀ ਪੜ੍ਹਦਾ ਹੈ, ਜਪਜੀ ਸਾਹਿਬ ਇੱਕ ਹੁੰਦਾ, ਇੱਛਾਵਾਂ 20 ਹੁੰਦੀਆਂ ਨੇ, ਬਣੇ ਉੱਥੇ ਕੀ? ਮਨ ਕਿੱਥੇ ਟਿਕੇਗਾ? ਕਿਵੇਂ ਟਿਕੇਗਾ ਮਨ ਉਹਦੇ ਵਿੱਚ? ਇੱਛਾਵਾਂ ਹੀ ਨਹੀਂ ਟਿਕਣ ਦਿੰਦੀਆਂ। ਸਾਰੀ ਉਮਰ ਇੱਛਾ ਧਾਰਨ ਕਰ ਕਰਕੇ ਪਾਠ ਕਰਕੇ ਵੇਖ ਲਿਆ, ਭਾਵੇਂ ਸੰਸਾਰ ਦੀ ਨਾ ਹੀ ਹੋਵੇ। ਇਹ ਨਾ ਸਮਝਣਾ ਵੀ ਸੰਸਾਰ ਦੀ ਇੱਛਾ ਮੈਲੀ ਹੈ, ਪਰਮਾਰਥ ਦੀਆਂ ਪ੍ਰਾਪਤੀਆਂ ਦੀ ਜਿਹੜੀ ਇੱਛਾ ਹੈ ਉਹ ਕੋਈ ਬਹੁਤੀ ਪਵਿੱਤਰ ਹੋਵੇਗੀ, ਨਹੀਂ। ਇੱਛਾ ਤੇ ਆਖਰ ਇੱਛਾ ਹੀ ਹੈ ਨਾ। ਕੱਲ ਬੇਨਤੀ ਕੀਤੀ ਸੀ, ਸੰਗਲ ਤੇ ਸੰਗਲ ਹੀ, ਭਾਵੇਂ ਲੋਹੇ ਦਾ ਪਾ ਲਓ, ਰੱਸੀ ਦਾ ਪਾਓ, ਸੋਨੇ ਦਾ ਪਾ ਲਓ, ਹੀਰਿਆਂ ਦਾ ਸੰਗਲ ਪਾਓ, ਸੰਗਲ ਤੇ ਹੈ ਹੀ ਸੰਗਲ, ਉਹਨੇ ਤੇ ਬੰਧਣਾ ਹੀ ਬੰਧਣਾ ਹੈ। ਇੱਛਾ ਨੇ ਤੇ ਤੁਹਾਨੂੰ ਦੁਖੀ ਕਰਨਾ ਹੀ ਕਰਨਾ ਹੈ। ਤਾਂ ਜਿਹੜਾ ਇੱਕ ਸਭ ਤੋਂ ਵੱਡਾ ਸਵਾਲ ਹੈ ਮਨ ਨਾ ਟਿਕਣ ਦਾ, ਉਹਦਾ ਕਾਰਨ ਇੱਛਾ ਹੈ। ਬੰਦਾ ਚਾਹੁੰਦਾ ਬਹੁਤ ਕੁਝ ਹੈ, ਔਰ ਉਹਦੀ ਜਿੰਨੀ ਕੁ ਪ੍ਰਾਲਬਧ ਹੈ ਜਾਂ ਜਿੰਨੀ ਉਹਦੀ ਲੋੜ ਹੈ ਓਨਾ ਚਾਹ ਲਵੇ ਤਾਂ ਫਿਰ ਵੀ ਕੁਝ ਸਮਝ ਆਉਂਦੀ। ਜਿੰਨੀ ਉਹਦੀ ਸਰੀਰ ਦੀ ਜ਼ਰੂਰਤ ਹੈ ਓਨਾ ਚਾਹੇ, ਓਨਾ ਮੰਗੇ, ਓਨੀ ਵਾਸ਼ਨਾ ਕਰੇ ਤਾਂ ਫਿਰ ਵੀ ਕੁਝ ਗੱਲ ਸਮਝ ਵਿੱਚ ਆਉਂਦੀ। ਪਰ ਜਿਹੜੀ ਚੀਜ਼ ਦੀ ਲੋੜ ਹੀ ਨਹੀਂ ਉਹਦੀ ਵੀ ਇੱਛਾ ਹੈ, ਜਿਹੜੀ ਚਾਹੀਦੀ ਵੀ ਨਹੀਂ। ਔਰ ਜਿਹਨੂੰ ਬੜੀ ਵਾਰਾਂ ਭੋਗ ਕੇ ਵੇਖ ਵੀ ਲਿਆ ਉਹਦੀ ਵੀ ਇੱਛਾ ਹੈ, ਜਿਸ ਨੂੰ ਖਾ ਕੇ ਵੀ ਵੇਖ ਲਿਆ, ਜਿਸ ਨੂੰ ਪਹਿਨ ਕੇ ਵੇਖ ਵੀ ਲਿਆ ਹੈ, ਹੰਡਾਇਆ ਹੈ ਜੀਵਨ ਵਿੱਚ। ਤਾਂ ਸਤਿਗੁਰੂ ਨੇ ਕਿਹਾ ਇਹ ਇੱਛਾ ਕਿੰਨੀ ਜ਼ਿਆਦਾ ਹੈ, ਮਨ ਨੂੰ ਟਿਕਣ ਨਹੀਂ ਦੇਗੀ। ਇੱਕ ਇੱਛਾ ਹੈ, ਮਨੁੱਖ ਕਰਦਾ ਹੈ, ਔਰ ਉਹਦੇ ਪਿੱਛੇ ਇੱਕ ਤਾਂ ਸੰਸਾਰ ਦੀ ਇੱਛਾ ਹੈ, ਉਹ ਵੀ ਨਹੀਂ ਟਿਕਣ ਦੇਗੀ। ਜੇ ਸੰਸਾਰ ਲਈ ਕੁਝ ਮੰਗਣਾ ਹੈ, ਉਹਦਾ ਇੱਕ ਸਮਾਂ ਹੈ ਗੁਰੂ ਘਰ ਦੇ ਵਿੱਚ, ਸਿਰਫ ਜਦੋਂ ਅਰਦਾਸ ਹੁੰਦੀ ਹੈ ਉਹਦੇ ਵਿੱਚ ਸਿੱਖ ਮੰਗ ਸਕਦਾ, ਕੋਈ ਰੁਕਾਵਟ ਨਹੀਂ। ਪਰ ਉਹ ਦਿਨ ਰਾਤ ਕਹੀ ਜਾ ਰਿਹਾ, ਆਖੈ ਮੰਗੈ ਦੇ ਦੇ, ਵਾਰ-ਵਾਰ ਕਹੀ ਜਾ ਰਿਹਾ, ਤਾਂ ਉਹ ਦਰੁਸਤ ਨਹੀਂ ਹੈ। ਇੱਛਾ ਸੰਸਾਰ ਦੀ ਵੀ ਬਾਣੀ ਵਿੱਚ ਮਨ ਨਹੀਂ ਟਿਕਣ ਦੇਗੀ। ਔਰ ਜਦੋਂ ਆਦਮੀ ਸੰਸਾਰ ਦੀ ਇੱਛਾ ਨੂੰ ਛੱਡ ਕੇ ਬਾਣੀ ਪੜ੍ਹਦਾ ਜਾਂ ਉਹ ਛੁੱਟਦੀ ਨਹੀਂ, ਉਹਦੇ ਉੱਤੇ ਕੱਪੜਾ ਪਾ ਦਿੰਦਾ, ਦੱਬ ਦਿੰਦਾ ਉਹਨੂੰ। ਇਹ ਸੱਚਾਈ ਹੈ। ਇੱਕ ਤੇ ਹੁੰਦਾ ਬੰਦਾ ਮੰਗ ਲੈਂਦਾ, ਇੱਕ ਹੁੰਦਾ ਵੀ ਨਹੀਂ ਮੰਗਦਾ ਪਰ ਉਹਨੂੰ ਦਬਾ ਕੇ ਰੱਖਦਾ, ਉਹ ਵੀ ਨਹੀਂ ਟਿਕਣ ਦੇਗੀ।
ਅੰਦਰੋਂ ਖਾਲੀ ਨਹੀਂ ਹੁੰਦਾ। ਅੰਦਰੋਂ ਆਦਮੀ ਕਿਸੇ ਇੱਛਾ ਨਾਲ ਉਸ ਇੱਛਾ ਦਾ ਗਲਾ ਫੜ ਕੇ ਦਬਾ ਕੇ ਗੋਡੇ ਥੱਲੇ ਦੇ ਕੇ ਬੈਠ ਜਾਂਦਾ, ਫਿਰ ਬਾਣੀ ਪੜ੍ਹਦਾ। ਫਿਰ ਉਹ ਨਹੀਂ, ਕਿਉਂਕਿ ਬੜੀ ਪ੍ਰਬਲ ਚੀਜ਼ ਹੈ, ਬੜੀ ਵੱਡੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਇੱਕ ਰਚਨਾ ਵਿੱਚ, ਜਿਹਨੂੰ ਚੰਡੀ ਦੀ ਵਾਰ ਕਹਿੰਦੇ ਨੇ, ਉਹਦੇ ਵਿੱਚ ਇੱਕ ਕਹਾਣੀ ਲਿਖੀ, ਇੱਕ ਹਵਾਲਾ ਦਿੱਤਾ ਹੈ। ਕਹਿੰਦੇ ਦੇਵਤੇ ਜਿਹੜੇ ਉਹ ਹੰਕਾਰੀ ਹੋ ਗਏ, ਤਕਰੀਬਨ ਹੋ ਹੀ ਜਾਂਦੇ ਨੇ। ਦੇਵਤੇ ਹੰਕਾਰੀ ਹੋ ਗਏ, ਔਰ ਇਹ ਇੱਕ ਸੱਚ ਹੈ, ਜਿਨ੍ਹਾਂ ਦੇਵਤਿਆਂ ਨੂੰ ਤੁਸੀਂ ਪੂਜ ਰਹੇ ਹੋ ਤੁਹਾਡੇ ਵਰਗੇ ਨੇ, ਤੁਹਾਡੇ ਤੋਂ ਜ਼ਿਆਦਾ ਨਹੀਂ। ਜਿਨ੍ਹਾਂ ਦੇਵਤਿਆਂ ਦੀ ਤੁਸੀਂ ਪੂਜਾ ਕਰ ਰਹੇ ਹੋ ਉਹ ਵੀ ਹੰਕਾਰੀ ਹੋ ਜਾਂਦੇ ਨੇ। ਇਸੇ ਲਈ ਤੇ ਲੋਕ ਉਹਨਾਂ ਨੂੰ ਪੂਜਦੇ ਨੇ ਕਿ ਪੂਜਣ ਵਾਲੇ ਵੀ ਹੰਕਾਰੀ, ਜਿਨ੍ਹਾਂ ਨੂੰ ਪੂਜ ਰਹੇ ਨੇ ਉਹ ਵੀ ਹੰਕਾਰੀ। ਦੇਵਤੇ ਵੀ ਵਾਸ਼ਨਾਗ੍ਰਸਤ ਨੇ, ਉਹ ਵੀ ਵਾਸ਼ਨਾ ਦੇ ਵਸ ਇੰਦਰ ਵਰਗੇ ਬਹੁਤ ਵੱਡੇ ਕਰਮ ਕਰ ਗਏ। ਇਸ ਕਰਕੇ ਉਹਨਾਂ ਨਾਲ ਸਾਂਝ ਬਣਦੀ ਹੈ। ਗੁਰੂ ਨਾਲ ਤਾਂ ਨਹੀਂ ਸਾਂਝ ਬਣਦੀ, ਸ਼ਬਦ ਨਾਲ ਤਾਂ ਨਹੀਂ ਬਣਦੀ ਵੀ ਇਹ ਉੱਚਾ ਬਹੁਤ ਹੈ। ਇਸ ਲਈ ਲੋਕਾਂ ਨੇ ਦੇਵਤੇ ਲੱਭੇ ਨੇ ਪੂਜਣ ਵਾਸਤੇ, ਕਿਉਂਕਿ ਉਹਨਾਂ ਦੀ ਵਾਸ਼ਨਾ ਬੰਦਿਆਂ ਵਰਗੀ ਹੈ, ਆਦਮੀ ਵਰਗੇ। ਉੱਥੇ ਹਜ਼ੂਰ ਨੇ ਇੱਕ ਹਵਾਲਾ ਦਿੱਤਾ ਹੈ ਕਿ ਦੇਵਤਿਆਂ ਦਾ ਰਾਜ ਸੀ ਤਾਂ ਦੇਵਤੇ ਹੰਕਾਰੀ ਹੋ ਗਏ। ਰੱਬ ਨੇ ਵੇਖਿਆ ਤੇ ਹੰਕਾਰੀ ਨੇ, ਹੁਣ ਇਹਨਾਂ ਦਾ ਇਲਾਜ ਕੀ ਕਰੀਏ? ਤਾਂ ਉਹਨੇ ਦੋ ਦੈਂਤ ਪੈਦਾ ਕੀਤੇ, ਮਹਿਖਾਸੁਰ ਤੇ ਸ਼ੁੰਭ। ਮਾਣ ਉਤਾਰਨ ਦੇਵਤਿਆਂ ਮਹਿਖਾਸੁਰ ਸ਼ੁੰਭ ਉਪਾਇਆ। ਇਹਨੂੰ ਕਹਿੰਦੇ ਨੇ ਬਾਣੀ ਜਿਹੜੀ ਚੰਡੀ ਦੀ ਵਾਰ ਵਿੱਚ ਹੈ। ਤੇ ਮੈਂ ਕਹਿ ਦਿਆਂ ਕਿ ਇਹਨੂੰ ਕੁਝ ਲੋਕ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ। ਤੇ ਜਿਹੜੀ ਅਰਦਾਸ ਤੁਸੀਂ ਦੋਵੇਂ ਵਕਤ ਖਲੋ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਕਰਦੇ ਹੋ, ਚੰਡੀ ਦੀ ਵਾਰ ਦੀ ਪਹਿਲੀ ਪੌੜੀ ਹੈ। ਏਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਇਹ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਇਹ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਹੈ। ਫਿਰ ਇਹ ਕਿਵੇਂ ਪ੍ਰਵਾਨ ਹੋ ਸਕਦਾ? ਜਿਹੜੀ ਬੇਸ ਹੈ ਸਾਰੇ ਸਿੱਖ ਧਰਮ ਦਾ, ਅਰਦਾਸ। ਜਦੋਂ ਕੋਈ ਉਹਨੂੰ ਇਹ ਕਹਿੰਦਾ ਵੀ ਗੁਰੂ ਕੀ ਬਾਣੀ ਨਹੀਂ, ਤਾਂ ਫਿਰ ਤੁਸੀਂ ਵੇਖ ਲਓ ਬਰਦਾਸ਼ਤ ਕਰਨਾ ਹੈ ਕਿ ਨਹੀਂ। ਇਹ ਕਿੱਥੇ ਹੱਥ ਪੈ ਰਿਹਾ ਹੈ। ਖੈਰ ਮੈਂ ਇਸ ਵਿਸ਼ੇ ਵੱਲ ਨਹੀਂ ਤੁਰਨਾ। ਇਹਦੇ ਵਿੱਚ ਦੇਵਤਿਆਂ ਤੇ ਦੈਂਤਾਂ ਦੀ ਲੜਾਈ ਦੀ ਗੱਲ ਕੀਤੀ ਗਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇਵਤਿਆਂ ਦਾ ਮਾਣ ਲਾਉਣ ਵਾਸਤੇ ਮਾਣ ਉਤਾਰਨ ਦੇਵਤਿਆਂ ਮਹਿਖਾਸੁਰ ਸ਼ੁੰਭ ਉਪਾਇਆ। ਉਹ ਮਹਿਖਾਸੁਰ ਤੇ ਸ਼ੁੰਭ ਬੜੇ ਸ਼ਕਤੀਸ਼ਾਲੀ ਦੈਂਤ ਸਨ, ਤੇ ਦੇਵਤੇ ਹੋ ਗਏ ਸਨ ਹੰਕਾਰੀ, ਦੇਵਤੇ ਹੋ ਗਏ ਸਨ ਵਿਕਾਰੀ। ਤੇ ਵਿਕਾਰੀ ਬੰਦੇ ਦੀ ਤਾਕਤ ਘਟ ਹੀ ਜਾਂਦੀ। ਜਦੋਂ ਦੈਂਤਾਂ ਨੇ ਦੇਵਤਿਆਂ ਨੂੰ ਡਾਂਗ ਫੇਰੀ ਚੰਗੀ, ਤਾਂ ਉਹਨਾਂ ਦਾ ਮਾਣ ਉਤਰ ਗਿਆ, ਹਾਰ ਗਏ, ਦੌੜ ਗਏ, ਭੱਜ ਗਏ, ਉਸ ਜੰਗ ਵਿੱਚ ਹਾਰ ਗਏ। ਦੇਵਤਿਆਂ ਨੂੰ ਲੁਕਣ ਵਾਸਤੇ ਥਾਂ ਨਹੀਂ ਲੱਭਦੀ। ਫਿਰ ਕਹਿੰਦੇ ਉਹ ਹਾਰੇ ਹੋਏ ਲੁਕੇ ਫਿਰਦੇ ਸਨ। ਤੇ ਇੱਕ ਬੜੀ ਮਾਂ ਬੜੀ ਇਸਤਰੀ ਸੀ, ਜਿਹਨੂੰ ਦੇਵੀ ਕਿਹਾ ਬਾਅਦ ਵਿੱਚ ਦੁਰਗਾ। ਉਹਦੇ ਵਿੱਚ ਅਣਖ ਜਾਗ ਪਈ, ਸ਼ਕਤੀਸ਼ਾਲੀ ਤੇ ਹੈ ਸੀ। ਉਹਨੇ ਵੰਗਾਰਿਆ ਵੀ ਤੁਸੀਂ ਮਨੁੱਖ ਹੋ ਕੇ ਡਰਦੇ ਫਿਰਦੇ ਹੋ, ਜ਼ਿਆਦੀ ਗੱਲ ਇਹ ਮੌਤ ਹੋ ਜਾਏਗੀ, ਹੋਰ ਕੀ, ਸ਼ਹਾਦਤ ਹੋ ਜਾਏਗੀ। ਉਹਨੇ ਤਲਵਾਰ ਖਿੱਚ ਲਈ, ਦੁਰਗਾ ਸੀ। ਉਸ ਦੁਰਗਾ ਨੇ ਕਿਹਾ ਮੈਂ ਤੁਹਾਡੀ ਸਹਾਇਤਾ ਕਰਾਂਗੀ। ਅਸਲ ਵਿੱਚ ਇਹ ਜਿਹੜੀਆਂ ਬਾਣੀਆਂ ਬਣਾਈਆਂ ਨਾ ਗੁਰੂ ਗੋਬਿੰਦ ਸਿੰਘ ਜੀ ਨੇ, ਇਹ ਤਾਂ ਬਣਾਈਆਂ ਸਨ, ਉਸ ਵੇਲੇ ਦੇ ਲੋਕ ਉਹਨਾਂ ਦੇਵਤਿਆਂ ਵਾਂਗੂ ਬੇਅਣਖ ਹੋ ਗਏ ਸਨ, ਲੁਕਦੇ ਫਿਰਦੇ ਸਨ। ਤੇ ਇਸਤਰੀ ਨੇ, ਇੱਕ ਦੇਵੀ ਨੇ ਕਿਹਾ ਵੀ ਚਲੋ ਤੁਸੀਂ ਮੁਕਾਬਲਾ ਕਰੋ। ਜਿਵੇਂ ਭਾਈ ਮਹਾਂ ਸਿੰਘ ਹੋਰੀ ਤੁਰ ਗਏ ਸਨ ਛੱਡ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਤਾਂ ਉੱਥੇ ਕਿਹਨੇ ਉਠਾਇਆ ਉਹਨਾਂ ਨੂੰ? ਮਾਤਾ ਭਾਗੋ ਨੇ ਉਠਾਇਆ, ਇਸਤਰੀ ਸੀ। ਆਪ ਤਲਵਾਰ ਫੜੀ
ਆਪ ਜੰਗ ਵਿੱਚ ਗਏ ਔਰ ਤਾਨਾ ਦਿੱਤਾ ਇਸਤਰੀਆਂ ਵਾਲੇ ਕੱਪੜੇ ਪਾ ਲਓ, ਜੇ ਤੁਸੀਂ ਡਰਦੇ ਹੋ ਜੰਗ ਤੋਂ। ਅਣਖ ਜਾਗ ਪਈ। ਬਿਲਕੁਲ ਇਹੀ ਕਹਾਣੀ ਵਾਪਰੀ ਸੀ ਉਦੋਂ। ਦੇਵਤਿਆਂ ਦੇ ਸਮੇਂ ਦੁਰਗਾ ਨੇ ਕਿਹਾ ਸੀ ਤੁਹਾਡਾ ਵੀ ਕੋਈ ਜੀਵਨ ਹੈ, ਮਨੁੱਖੀ ਜਾਮੇ ਪਾ ਕੇ ਮੈਦਾਨ ਵਿੱਚੋਂ ਭੱਜ ਗਿਆ। ਉਹਨਾਂ ਦੀ ਅਣਖ ਨੂੰ ਟੁੰਬਿਆ ਉਹਨੇ। ਖੈਰ, ਜਿਹੜਾ ਮੈਂ ਵਿਸ਼ਾ ਲੈ ਰਿਹਾ ਸੀ ਇੱਛਾ ਦਾ, ਤਾਂ ਉਸ ਵੇਲੇ ਉਸ ਦੁਰਗਾ ਨੇ ਜਦੋਂ ਦੈਂਤਾਂ ਨੂੰ ਮਾਰਨਾ ਸ਼ੁਰੂ ਕੀਤਾ ਤੇ ਉੱਥੇ ਇੱਕ ਕਹਾਣੀ ਹੈ ਕਿ ਉਹ ਜਿਸ ਦੈਂਤ ਨੂੰ ਕੱਟਦੀ ਏ ਉਹਦਾ ਖੂਨ ਜ਼ਮੀਨ ਤੇ ਡਿੱਗਦਾ ਹੈ ਤੇ ਸਾਰਿਆਂ ਕਤਰਿਆਂ ਵਿੱਚੋਂ ਉਨੇ ਹੀ ਦੈਂਤ ਹੋਰ ਪੈਦਾ ਹੋ ਜਾਂਦੇ ਨੇ। ਇੱਕ ਮਰਦਾ 40 ਪੈਦਾ ਹੋ ਜਾਂਦੇ ਨੇ, 40 ਨੂੰ ਕੱਟਦੀ ਏ 50 ਪੈਦਾ ਹੋ ਜਾਂਦੇ ਨੇ। ਫਿਰ ਉਹਨੇ ਆਪਣੇ ਵਿੱਚੋਂ ਇੱਕ ਹੋਰ ਦੇਵੀ ਪੈਦਾ ਕੀਤੀ। ਇਹ ਸਾਰੀਆਂ ਕਹਾਣੀਆਂ ਨੇ ਇਸ ਤਰ੍ਹਾਂ। ਉਸ ਦੇਵੀ ਦਾ ਕੰਮ ਸੀ ਵੀ ਜਿਹਨੂੰ ਉਹ ਕੱਟਦੀ ਸੀ ਉਹਦਾ ਖੂਨ ਪੀ ਜਾਂਦੀ ਸੀ, ਜ਼ਮੀਨ ਤੇ ਖੂਨ ਨਾ ਡਿੱਗੇ। ਕਿਉਂਕਿ ਦੈਂਤ ਦੇ ਅਰਥ ਹੀ ਇਹ ਨੇ। ਦੈਂਤ ਦੇ ਅਰਥ ਨੇ ਬੰਦੇ ਦੀ ਵਾਸ਼ਨਾ, ਬੰਦੇ ਦਾ ਲੋਭ, ਬੰਦੇ ਦੀ ਇੱਛਾ, ਜਿਹੜਾ ਮੈਂ ਵਿੱਚੋਂ ਪ੍ਰਕਰਨ ਲੈਣਾ ਚਾਹੁੰਦਾ। ਤਾਂ ਜਦੋਂ ਉਹਨਾਂ ਦਾ ਖੂਨ ਨਾ ਡਿੱਗਾ ਧਰਤੀ ਤੇ ਤਾਂ ਉਹਨਾਂ ਦੀ ਸਮਾਪਤੀ ਹੋਈ। ਨਹੀਂ ਤੇ ਇੱਕ ਦੈਂਤ ਨੂੰ ਮਾਰਿਆ 40 ਪੈਦਾ ਹੁੰਦੇ ਨੇ। ਇੱਕ ਵਾਸ਼ਨਾ ਨੂੰ ਤੁਸੀਂ ਮਾਰੋਗੇ 40 ਪੈਦਾ ਹੋਣਗੀਆਂ, ਉਹਦੇ ਵਿੱਚੋਂ ਹੋਰ ਨਿਕਲ ਆਉਂਦੀਆਂ ਨੇ। ਤਾਂ ਇਹ ਵਾਸ਼ਨਾ ਕਿਹਦੇ ਨਾਲ ਖਤਮ ਹੁੰਦੀ ਏ? ਹਜ਼ੂਰ ਕਹਿੰਦੇ ਤ੍ਰਿਸ਼ਨਾ ਬੂਝੈ ਹਰਿ ਕੇ ਨਾਮ। ਇਹ ਨਾਮ ਇਹਨੂੰ ਨਾਲੋਂ ਨਾਲ ਪੀ ਜਾਂਦਾ ਹੈ, ਖਤਮ ਕਰ ਦਿੰਦਾ ਹੈ। ਫਿਰ ਇਹਦੇ ਕਤਰੇ ਧਰਤੀ ਤੇ ਨਹੀਂ ਡਿੱਗਦੇ। ਜਿਹੜਾ ਵਿਸ਼ਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਸੀ, ਇੱਛਾ ਲੈ ਕੇ ਜਦੋਂ ਇੱਕ ਧਾਰਮਿਕ ਬੰਦਾ ਕਿਸੇ ਧਾਰਮਿਕ ਪ੍ਰਾਪਤੀ ਦੀ ਇੱਛਾ ਬਹੁਤੀ ਰੱਖ ਕੇ ਸਿਰਫ ਉਹਨੂੰ ਮਿਲਣ ਤੋਂ ਬਿਨਾਂ, ਇੱਕ ਇੱਛਾ ਤੇ ਚਾਹੀਦੀ ਹੈ, ਇੱਕ ਇੱਛਾ ਤੇ ਚਾਹੀਦੀ ਹੈ ਜਗਿਆਸੂ ਵਿੱਚ। ਉਹ ਕੀ? ਸਿਰਫ ਪ੍ਰਭ ਮਿਲਬੇ ਕੋ ਪ੍ਰੀਤ ਮਨ ਲਾਗੀ। ਇੱਕ ਖਿੱਚ ਚਾਹੀਦੀ, ਸਿਰਫ ਮਿਲਣਾ ਹੈ, ਸੰਬੰਧ ਜੋੜਨਾ ਹੈ, ਸੰਪਰਕ ਬਣਾਉਣਾ ਹੈ। ਪਰ ਹੋਰ ਇੱਛਾਵਾਂ, ਮੇਰਾ ਇਹ ਦੁਆਰਾ ਖੁੱਲ੍ਹ ਜਾਏ, ਮੈਨੂੰ ਇਹ ਸੁਣਨ ਲੱਗ ਜਾਏ, ਮੈਨੂੰ ਇਹ ਦਿਸਣ ਲੱਗ ਜਾਏ, ਮੈਂ ਬੋਲਾਂ ਤੇ ਸ਼ਬਦ ਪੂਰੇ ਹੋ ਜਾਣ, ਲੋਕ ਮੇਰੇ ਪਿੱਛੇ ਤੁਰਦੇ ਰਹਿਣ, ਇਹ ਤੇ ਸਾਰੀਆਂ ਸੰਸਾਰ ਦਾ ਹਿੱਸਾ, ਹੋਰ ਕੀ ਹੈ? ਇਹ ਵਾਸ਼ਨਾ ਤਾਂ ਮੈਲੀ ਹੈ, ਇਹਦੇ ਪਿੱਛੇ ਤੇ ਹਉਮੈ ਕੰਮ ਕਰ ਰਹੀ ਹੈ। ਇਹਦੇ ਪਿੱਛੇ ਤੇ ਬੰਦੇ ਦਾ ਮਨ ਲੁਕਾ ਹੋਇਆ ਹੈ। ਜਿਹੜਾ ਬੇਈਮਾਨ ਹੈ ਉਹ ਕੁਝ ਬਣਨਾ ਚਾਹੁੰਦਾ ਹੈ, ਉਹ ਕੁਝ ਇਕੱਠਾ ਕਰਨਾ ਚਾਹੁੰਦਾ ਹੈ, ਉਹ ਆਪਣੀ ਹੋਂਦ ਨੂੰ ਵੱਡਾ ਕਰਨਾ ਚਾਹੁੰਦਾ ਹੈ। ਉਹ ਹੀ ਇੱਛਾ ਮਨ ਨਹੀਂ ਟਿਕਣ ਦਿੰਦੀ। ਜਿੱਦਣ ਸਿਰਫ ਇਹ ਵਾਸ਼ਨਾ ਬਚੀ ਮਿਲਣ ਦੀ, ਜਿੱਦਣ ਸਿਰਫ ਇਹ ਵਾਸ਼ਨਾ ਬਚੀ ਲੀਨ ਹੋਣ ਦੀ, ਮਨ ਨੂੰ ਦੌੜਨ ਦਾ ਰਸਤਾ ਮਿਲੇਗਾ ਹੀ ਨਹੀਂ, ਆਪਣੇ ਆਪ ਟਿਕੇਗਾ। ਇਸ ਕਰਕੇ ਸਤਿਗੁਰੂ ਕਹਿੰਦੇ ਤੂੰ ਭੋਗੀ ਵੀ ਹੈ ਕਾਹਦਾ? ਇੱਕ ਚੀਜ਼ ਦਾ ਸਿਰਫ। ਹੁਣ ਮੈਂ ਇਸ ਵਿਸ਼ੇ ਨੂੰ ਲਵਾਂ। ਜਿਵੇਂ ਇੱਕ ਧਾਰਮਿਕ ਬੰਦੇ ਦਾ ਮਨ ਸਿਰਫ ਤਾਂ ਟਿਕਦਾ ਜੇ ਉਹਦੇ ਵਿੱਚ ਇੱਕ ਇੱਛਾ ਬਚ ਜਾਏ। ਉਹ ਇੱਛਾ ਮਿਲਣ ਦੀ ਇੱਛਾ ਹੈ। ਇਸੇ ਤਰ੍ਹਾਂ ਪਰਮਾਤਮਾ ਹੋਰ ਸਾਰੇ ਸੰਸਾਰ ਦੇ ਵਿੱਚ ਵਿਚਰਦਾ ਹੋਇਆ ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਧਾਰ, ਆਪੇ ਬਹੁ ਬਿਧ ਰੰਗਲਾ, ਸਖੀਏ ਮੇਰਾ ਲਾਲ, ਨਿਤ ਰਵੈ ਸੁਹਾਗਣੀ, ਦੇਖ ਹਮਾਰਾ ਹਾਲ। ਸਾਰੀਆਂ ਚੀਜ਼ਾਂ ਦੀ ਉਹਨੂੰ ਭੁੱਖ ਨਹੀਂ, ਭਾਵੇਂ ਸਾਰਿਆਂ ਵਿੱਚ ਉਹ ਸਾਰੇ ਭੋਗ ਵੀ ਕਰਦਾ, ਪਰ ਕਿਸੇ ਨਾਲ ਵੱਝਦਾ ਨਹੀਂ, ਛੁੱਟਿਆ ਰਹਿੰਦਾ ਹੈ। ਪਰ ਉਹਦੇ ਵਿੱਚ ਵੀ ਇੱਕ ਇੱਛਾ ਹੈ, ਉਹ ਮੈਂ ਹੁਣ ਤੁਹਾਡੇ ਨਾਲ ਸਾਂਝੀ ਕਰਾਂਗਾ। ਉਹਦਾ ਭੋਗ ਕਰਨਾ ਚਾਹੁੰਦਾ ਹੈ। ਨਮਸਤਵੰ ਪਰਭੋਗੇ, ਉਹ ਭੋਗ ਕਰਨਾ ਚਾਹੁੰਦਾ ਹੈ ਬੰਦੇ ਦੇ ਪ੍ਰੇਮ ਪਦਾਰਥ ਦਾ। ਇਹ ਉਹਦਾ ਭੋਗ ਹੈ, ਇਹ ਉਹਦੀ ਚਾਹਤ ਹੈ। ਬੰਦਾ ਉਹਨੇ ਬਣਾਇਆ ਹੀ ਤਾਂ ਸੀ, ਮਨੁੱਖੀ ਸਰੀਰ ਦੀ ਸਿਰਜਣਾ ਹੀ ਤਾਂ ਕੀਤੀ ਗਈ ਹੈ, ਉਹਨੂੰ ਉਪਾਏ ਹੀ ਤਾਂ ਹੈ ਉਸਨੇ। ਇਹਦਾ ਹੋਰ ਕੋਈ ਕਾਰਨ ਨਹੀਂ ਸੀ। ਜੇ ਕਣਕ ਖਤਮ ਕਰਨੀ ਸੀ, ਭੜੋਲੇ ਖਾਲੀ ਕਰਨੇ ਸਨ, ਉਹ ਤੇ ਮੱਝਾਂ ਗਾਵਾਂ ਵੀ ਕਰ ਹੀ ਲੈਂਦੀਆਂ ਨੇ, ਕੋਈ ਬਹੁਤਾ ਵੱਡਾ ਕੰਮ ਨਹੀਂ। ਇਹਦੇ ਵਾਸਤੇ ਬੰਦਾ ਨਹੀਂ ਬਣਾਇਆ, ਇਹ ਤੇ ਉਹਦੇ ਸਰੀਰ ਦੀ ਲੋੜ ਹੈ। ਸਿਰਫ ਵੇਖਣ ਵਾਸਤੇ, ਬੋਲਣ ਵਾਸਤੇ,
ਕੁਝ ਵੀ ਕਰਨ ਵਾਸਤੇ ਬਣਾਇਆ ਨਹੀਂ ਮਨੁੱਖ ਨੂੰ। ਮਨੁੱਖ ਨੂੰ ਬਣਾਇਆ ਸੀ ਪ੍ਰੇਮ ਵਾਸਤੇ, ਕਿ ਆਦਮੀ ਨੇ ਇਹਨੂੰ ਪੈਦਾ ਕਰਾਂ, ਇਹ ਮੈਨੂੰ ਪ੍ਰੇਮ ਕਰੇ, ਇਹ ਉਹਦੀ ਖੁਰਾਕ ਹੈ। ਇਸ ਵਾਸਤੇ ਇਹਦੀ ਸਿਰਜਣਾ ਕੀਤੀ ਸੀ, ਇਸ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਸੀ। ਪਰ ਇੱਥੇ ਆ ਕੇ ਹੋਇਆ ਕਿ ਗੁਰੂ ਸਾਹਿਬ ਨੇ ਇੱਕ ਬਚਨ ਕੀਤਾ ਹੈ, ਕਹਿੰਦੇ ਮੈਂ ਇੱਕ ਦਿਨ ਦੇਖਿਆ ਜਿੱਥੇ ਮਰੇ ਹੋਏ ਪਸ਼ੂਆਂ ਦੀ ਖੱਲ ਲਾਉਂਦੇ ਨੇ, ਜਿਹਨੂੰ ਹੱਡੋ ਰੋੜਾ ਕਹਿੰਦੇ ਨੇ, ਉੱਥੇ ਕਹਿੰਦੇ ਮੈਂ ਕਈ ਵਾਰੀ ਦੇਖਿਆ ਕਿ ਕਾਂ ਤੇ ਗਿਰਜਾਂ, ਕੁੱਤੇ ਆਦਿਕ ਉੱਥੇ ਫਿਰਦੇ ਨੇ, ਉਹ ਉਹਨਾਂ ਦੀ ਥਾਂ ਹੈ। ਉੱਥੋਂ ਮਾਸ ਖਾਂਦੇ ਨੇ ਉਹ ਮਰੇ ਹੋਏ ਪਸ਼ੂਆਂ ਦਾ। ਪਰ ਸਤਿਗੁਰੂ ਕਹਿੰਦੇ ਇੱਕ ਦਿਨ ਮੈਂ ਹੈਰਾਨ ਹੋ ਗਿਆ ਵੀ ਹੰਸ ਜਿਹੜਾ ਮਾਨ ਸਰੋਵਰ ਤੇ ਬਹਿੰਦਾ ਹੈ, ਜਿਹਦੀ ਖੁਰਾਕ ਮੋਤੀ ਹੈ, ਉਹ ਹੰਸ ਮੈਂ ਉੱਥੇ ਇੱਕ ਪਿੰਜਰ ਦੇ ਉੱਤੇ ਬੈਠਾ ਹੋਇਆ ਵੇਖਿਆ। ਉਹਨੂੰ ਚੇਤਾ ਹੀ ਭੁੱਲ ਗਿਆ ਵੀ ਤੇਰੀ ਇਹ ਖੁਰਾਕ ਨਹੀਂ, ਤੇਰੀ ਖੁਰਾਕ ਤੇ ਹੰਸ ਮੋਤੀ ਖਾਣੇ ਹੈ। ਚਲੋ ਕੌਵੇ ਨੂੰ ਤੇ ਕੀ ਕਹਿਣਾ, ਉਹਦੀ ਤੇ ਖੁਰਾਕ ਹੀ ਬਦਬੂ ਹੈ, ਉਹਨੇ ਤਾਂ ਉਹਦੇ ਵਿੱਚ ਰਹਿਣਾ ਹੀ ਹੈ, ਉਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਹੰਸ ਉੱਥੇ ਲੱਗ ਜਾਏ ਤਾਂ ਬੜਾ ਵੱਡਾ ਅਫਸੋਸ। ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਸਿਫਤ ਸਲਾਹਨ, ਇਹ ਸ਼ਲੋਕ ਸ਼ੁਰੂ ਹੁੰਦਾ ਹੈ, 100 ਉਲਾਮੇ ਦਿਨੇ ਕੇ ਰਾਤੀ ਮਿਲਣ ਸਹੰਸ। ਸਹੰਸ ਦੇ ਅਰਥ ਨੇ 1000। 100 ਉਲਾਮੇ ਦਿਨੇ ਕੇ ਰਾਤੀ ਮਿਲਣ ਸਹੰਸ। ਆਦਮੀ ਨੂੰ ਉਲਾਮਾ ਮਿਲਦਾ। ਉਲਾਮਾ ਪਤਾ ਕਿਸ ਨੂੰ ਮਿਲਦਾ? ਜਿਸ ਕੰਮ ਵਾਸਤੇ ਕਿਸੇ ਦੀ ਡਿਊਟੀ ਲਾਈ ਜਾਏ ਤੇ ਉਹਦੇ ਵਾਸਤੇ ਉਹਨੂੰ ਸਾਧਨ ਦਿੱਤੇ ਜਾਣ। ਦੋ ਚੀਜ਼ਾਂ ਹੋਣ। ਜਿਵੇਂ ਕਿਸੇ ਬੰਦੇ ਨੂੰ ਤੁਸੀਂ ਕਿਸੇ ਕੰਮ ਭੇਜੋ, ਕਿਸੇ ਦੂਜੇ ਸ਼ਹਿਰ ਭੇਜ ਰਹੇ ਹੋ, ਇੱਕ ਤਾਂ ਗੱਡੀ ਦਿੱਤੀ ਆਪਣੀ, ਇੱਕ ਰਸਤੇ ਵਿੱਚ ਤੂੰ ਖਾਣਾ ਪੀਣਾ ਇਹਦਾ ਖਰਚਾ ਫੜ, ਉੱਥੇ ਤੂੰ ਰਹਿਣਾ, ਕਮਰੇ ਦਾ ਪ੍ਰਬੰਧ ਕਰ ਦਿੱਤਾ, ਸਾਰੇ ਕੀਤੇ। ਭੇਜਿਆ ਸੀ ਵੀ ਤੂੰ ਇਹ ਵਪਾਰ ਕਰਕੇ ਆਉਣਾ ਹੈ, ਇਹ ਕੰਮ ਮੇਰਾ ਸੁਣਿਆ ਕਿਸੇ ਨੂੰ ਦੇਣਾ ਜਾਂ ਕੋਈ ਹੋਰ ਕੰਮ ਹੋ ਸਕਦਾ ਕਾਗਜ਼ਾਂ ਦਾ, ਇਹ ਕਰਕੇ ਆਉਣਾ। ਤਾਂ ਜੇ ਉਹ ਬੰਦਾ ਇੰਨੀਆਂ ਸਹੂਲਤਾਂ ਲੈ ਕੇ ਤੁਰਿਆ, ਚੰਗਾ ਸਫ਼ਰ, ਚੰਗਾ ਖਾਣਾ ਪੀਣਾ, ਚੰਗਾ ਰਹਿਣ ਸਹਿਣ, ਸਾਰਾ ਕੁਝ ਉਹਨੇ ਵਰਤ ਤੇ ਲਿਆ, ਪਰ ਜਿਹੜਾ ਉਹਨੇ ਕੰਮ ਕਰਨਾ ਸੀ ਉੱਥੇ ਜਾ ਕੇ ਉਹ ਕੀਤਾ ਨਹੀਂ, ਵਾਪਸ ਆ ਗਿਆ, ਫਿਰ ਕੀ ਹੋਵੇਗਾ? ਬਹੁਤ ਵੱਡਾ ਉਲਾਮਾ ਉਸ ਨੂੰ ਮਿਲੇਗਾ। ਹਜ਼ੂਰ ਕਹਿੰਦੇ ਨੇ ਮਨੁੱਖ ਨੂੰ ਇੰਨੀ ਫੈਸਿਲਿਟੀ ਪਰਮਾਤਮਾ ਨੇ ਦਿੱਤੀ ਹੈ, ਇੰਨੀਆਂ ਸਹੂਲਤਾਂ ਦਿੱਤੀਆਂ ਨੇ, ਕਿਸੇ ਕੰਮ ਵਾਸਤੇ ਦਿੱਤੀਆਂ ਸਨ ਵੀ ਇੱਥੇ ਆ ਕੇ ਤੂੰ ਕੁਝ ਕੰਮ ਕਰਨਾ। ਉਹ ਕੰਮ ਵੀ ਅਗਲੀ ਪੰਕਤੀ ਵਿੱਚ ਗਿਣਿਆ। ਉਸ ਕੰਮ ਵਾਸਤੇ ਇੱਥੇ ਭੇਜਿਆ, ਇੱਥੇ ਬਾਕੀ ਸਹੂਲਤਾਂ ਦੀ ਵਰਤੋਂ ਕਰ ਲਈ, ਖਾ ਪੀ ਲਿਆ, ਰਹਿਣ ਸਹਿਣ ਕਰ ਲਿਆ, ਮਕਾਨ ਬਣਾ ਲਏ, ਸਭ ਕੁਝ ਕਰ ਲਿਆ, ਪਰ ਜਿਹੜਾ ਕੰਮ ਕਰਨਾ ਸੀ ਉਹ ਭੁੱਲ ਗਿਆ। ਹਜ਼ੂਰ ਕਹਿੰਦੇ ਨੇ ਵਾਪਸ ਗਿਆ ਤਾਂ 100 ਉਲਾਮੇ ਇੱਕ ਦਿਨ ਦੇ ਤੇ 1000 ਇੱਕ ਰਾਤ ਦਾ। 1100 ਉਲਾਮਾ ਇੱਕ ਦਿਨ ਦਾ ਬੰਦੇ ਨੂੰ ਬਣਦਾ ਹੈ। ਇਸ 1100 ਨੂੰ ਤੁਸੀਂ ਅੱਗੇ ਸਾਰੀ ਜ਼ਿੰਦਗੀ ਨਾਲ ਵਿਹਲੇ ਹੋ ਕੇ ਦੁਪਹਿਰੀ ਜੋੜ ਲੈਣਾ ਵੀ ਕਿੰਨੇ ਦਿਨ ਬਣਦੇ ਨੇ, ਕਿੰਨੇ ਉਲਾਮੇ ਬਣ ਜਾਣਗੇ। ਇਹਦਾ ਤੁਸੀਂ ਜ਼ਰੂਰ ਜੋੜ ਕਰਨਾ ਤੇ ਮੈਨੂੰ ਦੱਸ ਦੇਣਾ ਵੀ ਕਿੰਨੇ ਬਣਦੇ। 1100 ਇੱਕ ਦਿਨ ਦਾ, 100 ਦਿਨ ਦਾ, 100 ਉਲਾਮੇ ਦਿਨੇ ਕੇ ਰਾਤੀ ਮਿਲਣ ਸਹੰਸ, 1100 ਹੋ ਗਏ। ਉਹ ਕੰਮ ਕਿਹੜਾ ਸੀ? ਉਹ ਕੰਮ ਸੀ ਕਿ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਉਹ ਕੰਮ ਸੀ ਸਿਫਤ ਸਲਾਹ ਕਰਨੀ, ਹੋਰ ਕੋਈ ਕੰਮ ਨਹੀਂ ਹੈ, ਇੱਕੋ ਹੀ ਕੰਮ ਹੈ, ਸਿਫਤ ਸਲਾਹ ਕਰਨੀ, ਭਗਤੀ। ਸਿਫਤ ਸਲਾਹ ਦੇ ਰਾਹੀਂ ਜਪਣਾ, ਖਿਆਲ ਰੱਖਣਾ। ਜਪਣਾ ਸਿੱਖੀ ਦਾ ਇੱਕ ਹਿੱਸਾ ਹੈ, ਧਿਆਨ ਵਿੱਚ ਰੱਖਣਾ। ਜਪਣਾ ਸੰਪੂਰਨ ਚੀਜ਼ ਨਹੀਂ ਹੈ। ਜਪ ਤੋਂ ਆਰੰਭ ਹੁੰਦੀ ਹੈ ਗੱਲ, ਸਿੱਖੀ ਸ਼ੁਰੂ ਹੁੰਦੀ ਹੈ।
पर जिदण उस जप दे नाल सिफत सलाह हो जाए, सिफत सलाह करनी, वडियाई करनी, अमृत वेला सच नाम वडियाई विचार, ये करन वास्ते भेजिया। ये काम भुल गया। हजूर ने कहा 100 उलामे दिने के ते रात दे कहंदे 1000। ये उत्ते बड़ी सुंदर खोज की गई भी रात दे भी 100 हो सकते हैं। दिन दे 100 उलामे ते रात दे 11,000 क्यों? ਇਹਦਾ ਕੀ ਕਾਰਨ ਵਾਪਰ ਗਿਆ? ਇਹ 10 ਗੁਣਾ ਉਲਾਮੇ ਵੱਧ ਕਿਉਂ ਗਏ? ਇੱਥੇ ਰਾਤ ਦੇ ਅਰਥ, ਇੱਥੇ ਰਾਤ ਦੇ ਅਰਥ ਪਹਿਲੀ ਰਾਤ ਨਹੀਂ, ਜਦੋਂ ਬੰਦਾ ਆਰਾਮ ਕਰਦਾ ਉਹਦੀ ਗੱਲ ਨਹੀਂ ਕਰ ਰਹੇ ਗੁਰੂ ਸਾਹਿਬ। ਇੱਥੇ ਰਾਤ ਦੇ ਅਰਥ ਨੇ ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਪਿਛਲ ਰਾਤੀ ਜਾਗਣਾ, ਜਿਹਨੂੰ ਅੰਮ੍ਰਿਤ ਵੇਲਾ ਕਹਿੰਦੇ ਉਹਨੂੰ ਪਿਛਲੀ ਰਾਤ ਕਹਿੰਦੇ। ਕਹਿੰਦੇ ਜੇ ਦਿਨੇ ਨਾ ਉਹਨੂੰ ਯਾਦ ਕੀਤਾ ਫਿਰ ਤੇ 100 ਕੋਈ ਹੋਣਗੇ ਉਲਾਮੇ। ਤੇ ਰਾਤ ਦੇ ਅਰਥ ਨੇ ਸੂਰਜ ਉਗਣ ਤੋਂ ਜੇ 2.5 ਘੰਟੇ ਪਹਿਲਾਂ ਤੂੰ ਨਾ ਕੁਝ ਕੀਤਾ ਫਿਰ 100 ਦੀ ਥਾਂ ਤੇ 10 ਗੁਣਾ ਹੋ ਜਾਣਗੇ, 1000 ਬਣ ਜਾਣਗੇ। ਇਹ ਕੰਮ ਕਰਨ ਵਾਸਤੇ ਭੇਜਿਆ ਸੀ। ਤੇ ਸਿਫਤ ਸਲਾਹ ਇੱਕ ਕਾਰਜ ਹੈ ਔਰ ਉਹਦਾ ਫਲ ਹੈ ਪ੍ਰੇਮ ਰਸ। ਸਿਫਤ ਸਲਾਹ ਇੱਕ ਕੰਮ ਹੈ, ਉਹ ਇੱਕ ਕਾਰਵਾਈ ਹੈ। ਤੁਸੀਂ ਜਪੋਗੇ, ਕਰੋਗੇ, ਪ੍ਰੇਮ ਉਹਦੀ ਉਪਜ ਹੈ, ਉਹਦਾ ਸਿੱਟਾ ਹੈ, ਉਹਦੀ ਤਸੀਰ ਹੈ। ਤਾਂ ਰੱਬ ਨੇ ਮਨੁੱਖੀ ਜਾਮੇ ਨੂੰ ਪੈਦਾ ਤਾਂ ਕੀਤਾ ਕਿ ਗੋਬਿੰਦ ਭਾਉ ਭਗਤ ਦਾ ਭੁੱਖਾ, ਉਹਨੂੰ ਇੱਕ ਖੁਰਾਕ ਚਾਹੀਦੀ ਸੀ। ਆਖਰ ਜਿਹੜਾ ਇੰਨਿਆਂ ਨੂੰ ਰੋਜੀ ਦਿੰਦਾ ਹੈ, ਆਖਰ ਜਿਹੜਾ ਇੰਨਿਆਂ ਦੀ ਪਾਲਣਾ ਕਰ ਰਿਹਾ, ਆਪ ਵੀ ਤੇ ਕੁਝ ਖਾਂਦਾ ਹੀ ਹੋਵੇਗਾ, ਕੁਝ ਨਾ ਕੁਝ ਜ਼ਰੂਰ ਖਾਂਦਾ ਹੈ। ਤੇ ਸਤਿਗੁਰੂ ਨੇ ਬਚਨ ਵੀ ਕੀਤੇ ਨੇ, ਅਨੇਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਬਿੰਜਨ ਮਿਸ਼ਟਾਏ, ਕਰੀ ਪਾਕਸ਼ਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਇਹ ਭਾਰਤ ਦੀ ਸੰਸਕ੍ਰਿਤੀ ਵਿੱਚ ਬੜੇ ਸਮੇਂ ਤੋਂ ਲੈ ਕੇ ਰੱਬ ਨੂੰ ਭੋਗ ਲਵਾਉਣ ਦੀ ਗੱਲ ਚੱਲਦੀ ਹੈ। ਇਹ ਵਿਸ਼ਾ ਇੰਨਾ ਸੈਂਸਿਟਿਵ ਨਹੀਂ ਸੀ, ਗੰਭੀਰ ਨਹੀਂ ਸੀ, ਜਿੰਨਾ ਬਣਾ ਦਿੱਤਾ ਗਿਆ ਵੀ ਭੋਗ ਲੈਣਾ ਲਾਉਣਾ ਕਹਿਣਾ ਹੈ ਕਿ ਕਿਹੜੀ ਗੱਲ ਕਹਿਣੀ ਹੈ। ਕੋਈ ਵੀ ਚੀਜ਼ ਕਹੀ ਜਾ ਸਕਦੀ, ਕੋਈ ਵੱਡੀ। ਕੁਝ ਵਿਸ਼ੇ ਐਸੇ ਨੇ ਜਿਨ੍ਹਾਂ ਦੀ ਕੋਈ ਜ਼ਰੂਰਤ ਨਹੀਂ, ਉਹਨਾਂ ਨੂੰ ਬਿਨਾਂ ਕੰਮ ਤੋਂ ਉਛਾਲਿਆ ਜਾਂਦਾ ਹੈ। ਤਾਂ ਇੱਥੇ ਭੋਗ ਦੇ ਅਰਥ ਦੋਵੇਂ ਹੋ ਸਕਦੇ। ਇੱਕ ਤਾਂ ਜਦੋਂ ਪਿਆਰ ਹੈ ਉਹ ਗੁਰੂ ਅੱਗੇ ਅਰਦਾਸ ਜ਼ਰੂਰ ਕਰੇਗਾ ਵੀ ਜੋ ਕੁਝ ਮੈਂ ਵਰਤਣਾ ਪਹਿਲਾਂ ਤੁਸੀਂ ਇਹਨੂੰ ਪ੍ਰਵਾਨ ਕਰ ਲਓ। ਪਰ ਇੱਥੇ ਇਹ ਵੀ ਅਰਥ ਨੇ ਕਿ ਮੈਂ ਆਪਣੀ ਜ਼ਿੰਦਗੀ ਰੂਪੀ ਥਾਲ ਦਾ ਭੋਜਨ ਤਿਆਰ ਕਰਕੇ ਤੁਹਾਡੇ ਵਾਸਤੇ ਰੱਖ ਦਿੱਤਾ ਹੈ, ਹੁਣ ਲਾਵੋ ਭੋਗ ਹਰ ਰਾਏ, ਮੇਰੀ ਜ਼ਿੰਦਗੀ ਨੂੰ ਭੋਗ ਲਾ ਲਓ, ਮੇਰੇ ਜੀਵਨ ਨੂੰ ਭੋਗ ਲਾਓ। ਇਹ ਵੀ ਅਰਥ ਬਣਦਾ। ਤਾਂ ਇਹ ਉਹਦਾ ਭੁੱਖਾ ਹੈ। ਹਰ ਇੱਕ ਬੰਦੇ ਦੇ ਵਿੱਚ ਪ੍ਰੇਮ ਦੀ ਖੁਰਾਕ ਬਣੇ, ਉਹਨੂੰ ਖਾਏ। ਇਸ ਵਾਸਤੇ ਮਨੁੱਖੀ ਤਨ ਦੀ ਸਿਰਜਣਾ ਕੀਤੀ ਔਰ ਇਹ ਜ਼ਰੂਰੀ ਕੰਮ ਭੁੱਲ ਗਿਆ। ਇਸ ਕਰਕੇ ਸਾਰੇ ਜ਼ਿੰਦਗੀ ਦੇ ਸੋਗ, ਡਿਪਰੈਸ਼ਨ, ਉਦਾਸੀ, ਰੋਗ ਇਹਨੂੰ ਬਹੁਤੇ ਤਾਂ ਘੇਰ ਗਏ ਕਿਉਂਕਿ ਜਿੰਨੇ ਜਿਹੜਾ ਕੰਮ ਕਰਨ ਵਾਸਤੇ ਭੇਜਿਆ ਸੀ ਉਹ ਕੰਮ ਛੱਡ ਦਿੱਤਾ, ਉਹਨੇ ਇਹਦੀ ਹਿਫਾਜ਼ਤ ਕਰਨੀ ਛੱਡ ਦਿੱਤੀ, ਉਹਨੇ ਇਹਦੀ ਬਾਂਹ ਛੱਡ ਦਿੱਤੀ ਵੀ ਜਾ, ਜਦੋਂ ਤੂੰ ਮੇਰਾ ਕੰਮ ਹੀ ਨਹੀਂ ਕਰ ਰਿਹਾ ਤਾਂ ਰਿਟਾਇਰਮੈਂਟ ਤੋਂ ਪਹਿਲਾਂ ਹੀ ਕਰਤਾ, ਛੱਡ ਦਿੱਤਾ ਉਸਨੇ। ਇਸ ਲਈ ਸਤਿਗੁਰੂ ਕਹਿੰਦੇ ਨੇ ਨਮਸਤੰ ਪ੍ਰਭੋਗੇ, ਤੂੰ ਉਹਨਾਂ ਜੀਵਾਂ ਦੇ ਵਿੱਚੋਂ ਪ੍ਰੇਮ ਦਾ ਭੋਗ ਕਰਨਾ ਹੈ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਤੇਰੇ ਵਾਸਤੇ ਪਿਆਰ ਦੀ ਖੁਰਾਕ ਪੈਦਾ ਕਰਦੇ ਨੇ, ਪਿਆਰ ਦੀ ਖੁਰਾਕ ਬਣਾਉਂਦੇ ਨੇ, ਉਹਨਾਂ ਵਾਸਤੇ ਤੂੰ ਪ੍ਰੇਮ ਦਾ ਭੋਜਨ ਉਹਨਾਂ ਤੋਂ ਛਕਣਾ ਹੈ। ਇੱਕ ਵਕਤ ਦੀ ਘਟਨਾ ਹੈ ਅਨੰਦਪੁਰ ਸਾਹਿਬ ਦੀ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਅਨੰਦਪੁਰ ਸਾਹਿਬ ਵਿੱਚ ਸਨ, ਦਰਬਾਰ ਵਿੱਚ, ਤੇ 20 ਕੁ ਮੀਲ ਦੀ ਦੂਰੀ ਤੇ ਇੱਕ ਸਿੱਖ ਖੇਤੀ ਕਰਦਾ ਹੈ। ਉਹਨੇ ਬਾਜਰਾ ਬੀਜਿਆ, ਪੱਕ ਗਿਆ, ਸਰੋਂ ਉਹਨੇ ਬੀਜੀ, ਉੱਗ ਪਈ, ਬਾਜਰੇ ਦੇ ਦਾਣੇ ਕੱਢੇ, ਬੋਲ ਲੱਗ ਗਿਆ। ਇੱਕ ਉਹ ਆਪ, ਇੱਕ ਉਹਦੀ ਘਰ ਵਾਲੀ
ਜਦੋਂ ਦਾਣੇ ਘਰ ਵਿੱਚ ਆਏ ਬਾਜਰੇ ਦੇ, ਸਿੱਖ ਕਹਿੰਦਾ ਵੀ ਪਹਿਲਾ ਪ੍ਰਸ਼ਾਦਾ ਇਸ ਬਾਜਰੇ ਦਾ ਗੁਰੂ ਗੋਬਿੰਦ ਸਿੰਘ ਨੂੰ ਛਕਾਉਣਾ ਹੈ। ਪਿਆਰ ਹੈ ਮਨ ਵਿੱਚ, ਸਲਾਹ ਕਰ ਲਈ ਕੱਲ ਨੂੰ ਤਿਆਰੀ ਕਰੀਏ। ਰਾਤ ਉਸ ਬਾਜਰੇ ਦਾ ਆਟਾ ਬਣਾਇਆ ਉਹਦੀ ਪਤਨੀ ਨੇ, ਘਰ ਵਾਲੀ ਨੇ। ਸਾਗ ਬਣਾ ਦਿੱਤਾ ਗਿਆ, ਮੱਝ ਦਾ ਦੁੱਧ ਚੋ ਕੇ ਮੱਖਣ ਬਣਾਇਆ ਗਿਆ, ਲੱਸੀ ਬਣਾਈ ਗਈ, ਫਿਰ ਲੈ ਕੇ ਜਾਣਾ ਸਵੇਰੇ। ਸਵੇਰੇ 2 ਵਜੇ ਸਿੱਖ ਤਿਆਰ ਕਰਕੇ ਸਭ ਕੁਝ ਤੁਰ ਪਿਆ, ਸਿਰ ਤੇ ਰੱਖ ਕੇ ਪ੍ਰਸ਼ਾਦੇ, ਸਾਗ, ਲੱਸੀ, ਮੱਖਣ ਆਦਿਕ ਤੁਰਿਆ ਜਾਂਦਾ ਪ੍ਰੇਮ ਵਿੱਚ, ਬਾਣੀ ਪੜ੍ਹਦਾ ਜਾਂਦਾ। ਅਨੰਦਪੁਰ ਸਾਹਿਬ ਤੋਂ 5 ਕੋਹ ਦੀ ਦੂਰੀ ਤੇ ਰਹਿ ਗਿਆ ਤੇ ਦਿਨ ਚੜ੍ਹ ਆਇਆ। ਉੱਥੋਂ ਲੰਘ ਰਿਹਾ, ਕੀ ਵੇਖਦਾ ਇੱਕ ਦਰਿਆ ਦੇ ਕਿਨਾਰੇ ਤੇ 5-7 ਸਰੀਰ ਬੈਠੇ ਨੇ, ਸਿੱਖ ਜਾਪਦੇ ਨੇ, ਬੰਦਗੀ ਕਰ ਰਹੇ ਨੇ। ਕੋਲੋਂ ਲੰਘਣ ਲੱਗਾ, ਉਹਨਾਂ ਨੇ ਵੀ ਵੇਖ ਲਿਆ, ਇਹਨੇ ਸਿਰ ਝੁਕਾਇਆ, ਫਤਿਹ ਬੁਲਾਈ। ਉਹਨਾਂ ਪੁੱਛ ਲਿਆ ਕਿੱਧਰ ਜਾ ਰਿਹਾ, ਬੈਠ ਜਾ। ਉਹਨੇ ਕਿਹਾ ਬੈਠ ਨਹੀਂ ਸਕਦਾ, ਪਹਿਲਾਂ ਬੜੀ ਦੇਰ ਲੇਟ ਹਾਂ, ਕਲਗੀਧਰ ਪਾਤਸ਼ਾਹ ਨੂੰ ਭੋਜਨ ਛਕਾਉਣਾ ਹੈ। ਉਹਨਾਂ ਕਿਹਾ ਅਜੇ ਤੇ 5 ਕੋਹ ਦੂਰ ਹੈ, ਉਹਨਾਂ ਦੇ ਲੰਗਰ ਦਾ ਟਾਈਮ ਹੋ ਗਿਆ, ਤੈਨੂੰ ਦੇਰ ਹੋ ਜਾਏਗੀ। ਕਹਿਣ ਲੱਗੇ ਫਿਰ ਜੋ ਵੀ ਹੋਵੇ ਜਾਣਾ ਤਾਂ ਜ਼ਰੂਰ ਹੈ। ਉਹਨਾਂ ਸਿੱਖਾਂ ਨੇ ਇੱਕ ਗੱਲ ਕਹੀ, ਜੇ ਤੇਰਾ ਲੰਗਰ ਇੱਥੋਂ ਪਹੁੰਚਾ ਦਈਏ ਤੇ ਹੁਣੇ ਹੀ ਇਸੇ ਵਕਤ। ਸਿੱਖ ਅਜੇ ਸਿੱਖੀ ਵਿੱਚ ਦਾਖਲ ਹੀ ਹੋਇਆ ਸੀ, ਅਜੇ ਹੋਰ ਸਿੱਖਣਾ ਬਾਕੀ ਸੀ। ਉਹਨੇ ਕਿਹਾ ਇੱਥੋਂ ਕਿਵੇਂ? ਕਹਿਣ ਲੱਗੇ ਲਿਆ ਖੋਲ। ਪੰਗਤ ਲੱਗ ਗਈ, ਵਰਤਾ ਦੇ ਇਹਨਾਂ ਨੂੰ। ਉਹਨੇ ਛਕਾ ਦਿੱਤਾ ਸਿੰਘਾਂ ਨੂੰ। ਛਕ ਕੇ ਕੀਤੀ ਅਰਦਾਸ, ਸਤਿਗੁਰੂ ਕਲਗੀਧਰ ਪਾਤਸ਼ਾਹ ਤੇਰੇ ਸਿੱਖ ਨੇ ਪਿਆਰ ਨਾਲ ਸੇਵਾ ਕੀਤੀ, ਪ੍ਰਵਾਨ ਕਰ ਲੈਣੀ, ਆਪਣੇ ਘਰ ਵਿੱਚ ਹਾਜ਼ਰੀ ਲਵਾ ਲੈਣੀ। ਅਰਦਾਸ ਹੋ ਗਈ। ਕਹਿਣ ਲੱਗੇ ਜਾ, ਜੇ ਤੈਨੂੰ ਭੁਲੇਖਾ ਰਹਿੰਦਾ ਤੇ ਪੁੱਛ ਲੈ ਕਲਗੀਆਂ ਵਾਲੇ, ਚਲਾ ਜਾ ਹੁਣ। ਇਹ ਭਾਵੇਂ ਸ਼ੁਰੂ ਕਈ ਵਾਰੀ ਬੰਦਾ ਕੰਮ ਕਰਦਾ, ਜਿੰਨਾ ਚਿਰ ਵਾਪਰੇ ਨਾ, ਵੇਖੇ ਨਾ, ਸਮਝ ਨਹੀਂ ਆਉਂਦੀ। ਚਲਾ ਗਿਆ। ਅੱਗੇ ਸਤਿਗੁਰੂ ਬੈਠੇ ਨੇ ਤੇ ਸਿੱਖ ਦੁਆਲੇ ਖੜੇ ਨੇ, ਭਾਈ ਦਇਆ ਸਿੰਘ ਆਦਿਕ ਸਾਰੇ। ਉਹ ਵਾਰ-ਵਾਰ ਕਹਿੰਦੇ ਨੇ ਚਲੋ ਪ੍ਰਸ਼ਾਦਾ ਛਕੋ। ਹਜ਼ੂਰ ਕਹਿੰਦੇ ਨਹੀਂ, ਭੁੱਖ ਨਹੀਂ ਹੈ, ਅੱਜ ਮੈਨੂੰ ਭੁੱਖ ਨਹੀਂ। ਇਹ ਸਿੱਖ ਵੀ ਥੋੜ੍ਹੀ ਜਿਹੀ ਪਿੱਛੇ ਜਾ ਕੇ ਖੜਾ ਹੋ ਗਿਆ, ਗੱਲਬਾਤ ਸੁਣਨ ਲੱਗ ਪਿਆ। ਉਹਨਾਂ ਨੇ ਕਿਹਾ ਮਹਾਰਾਜ ਸਵੇਰ ਦੇ ਤੁਸੀਂ ਦਰਬਾਰ ਵਿੱਚ ਛਕਿਆ ਕੁਝ ਹੈ ਨਹੀਂ, ਅੱਗੇ ਸਵੇਰੇ ਇਸ ਵੇਲੇ ਪ੍ਰਸ਼ਾਦਾ ਛਕਦੇ ਸੀ। ਸਤਿਗੁਰੂ ਕਹਿੰਦੇ ਤੁਸੀਂ ਛਕੋ, ਮੈਨੂੰ ਭੁੱਖ ਨਹੀਂ, ਮੇਰੀ ਭੁੱਖ ਮਿਟ ਚੁੱਕੀ ਹੈ। ਸਿੱਖਾਂ ਨੂੰ ਫਿਕਰ ਹੋਇਆ, ਕੋਈ ਸਰੀਰ ਵਿੱਚ ਇਸ ਤਰ੍ਹਾਂ ਦਾ ਕਾਰਨ ਹੈ, ਭੁੱਖ ਕਿਉਂ ਨਹੀਂ ਲੱਗੀ। ਜਦੋਂ ਉਹਨਾਂ ਨੇ ਬਹੁਤਾ ਪੁੱਛਿਆ ਤੇ ਕਲਗੀਆਂ ਵਾਲੇ ਨੇ ਉਹਨਾਂ ਨੂੰ ਪਰਾਂ ਕਰਕੇ ਕਿਹਾ ਉਸ ਸਿੱਖ ਨੂੰ ਪੁੱਛੋ ਜਿਹੜਾ ਪਿੱਛੇ ਖੜਾ ਹੈ, ਇਹਨੇ ਸਵੇਰੇ ਮੈਨੂੰ ਬਾਜਰੇ ਦੇ ਪ੍ਰਸ਼ਾਦੇ, ਸਾਗ ਨਾਲ ਮੱਖਣ ਪਾ ਕੇ, ਲੱਸੀ, ਸਭ ਕੁਝ ਛਕਾਇਆ, ਹੁਣ ਛਕਣ ਦੀ ਲੋੜ ਨਹੀਂ। ਸਿੱਖ ਚਰਨਾਂ ਤੇ ਢਹਿ ਪਿਆ। ਉਹਦੇ ਕੋਲ ਸ਼ਬਦ ਨਹੀਂ ਸਨ ਕਿ ਉਹਦੀ ਵਿਆਖਿਆ ਕਰ ਸਕੇ, ਉਹਦੇ ਬਾਰੇ ਕੁਝ ਕਹਿ ਸਕੇ। ਇਹ ਸਿੱਖ ਤੇ ਗੁਰੂ ਦਾ ਅੰਤਰੀਵ ਰਿਸ਼ਤਾ ਹੈ। ਇਹ ਹੁਣ ਵੀ ਵਾਪਰ ਸਕਦਾ ਹੈ, ਪਰ ਵਾਪਰੇ ਉਹਨਾਂ ਨੂੰ ਜਿਹੜੇ ਸਿੱਖ ਬਣ ਕੇ ਆਉਂਦੇ, ਜਿਹੜੇ ਸਾਇੰਸਦਾਨ ਬਣ ਕੇ ਆਉਂਦੇ, ਉਹਨਾਂ ਨੂੰ ਥੋੜ੍ਹੀ ਵਾਪਰਦਾ। ਇਹ ਕੋਈ ਵਿਗਿਆਨ ਦੀ ਪ੍ਰਯੋਗਸ਼ਾਲਾ ਨਹੀਂ ਵੀ ਇੰਨੇ ਤੱਤ ਪਾਏ ਨੇ ਤੇ ਇੰਨੇ ਬਣ ਜਾਣਗੇ। ਨਹੀਂ, ਇੱਥੇ 2 ਪਾਓਗੇ 20 ਵੀ ਹੋ ਸਕਦੇ ਨੇ, 20 ਪਾਓਗੇ 1 ਵੀ ਹੋ ਸਕਦਾ ਹੈ। ਰੱਬ ਦੇ ਅਰਥ ਹੀ ਕੀ ਨੇ? ਖਿਨ ਮੈਂ ਅਵਰ, ਖਿਨੈ ਮੈਂ ਅਵਰਾ, ਅਚਰਜ ਚਲਤ ਤੁਮਾਰੇ। ਫਿਰ ਗੁਰੂ ਸਾਹਿਬ ਨੇ ਵਿਆਖਿਆ ਕੀਤੀ। ਕਹਿਣ ਲੱਗੇ, ਸਿੱਖਾਂ ਨੇ ਪੁੱਛਿਆ ਮਹਾਰਾਜ ਇਸ ਤਰ੍ਹਾਂ ਹੋ ਸਕਦਾ ਹੈ ਵੀ 5 ਸਰੀਰ ਉੱਥੇ ਛਕਣ 7 ਤੇ ਇੱਥੇ ਮਿਲ ਜਾਏ? ਕਹਿਣ ਲੱਗੇ ਹਾਂ। ਉਡੈ ਊਡ ਆਵੈ ਸਹਿ ਕੋਸਾਂ, ਤਿਸ ਪਾਛੇ ਬਚਰੇ ਸ਼ਰਿਆ, ਤਿਨ ਕਵਨ ਖਿਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਜਿਹੜੀਆਂ ਕੂੰਜਾਂ ਸਾਈ ਬੇਰੀਆਂ ਤੋਂ ਇੱਧਰ ਆ ਜਾਂਦੀਆਂ ਨੇ, ਮੂੰਹ ਵਿੱਚ ਦਾਣਾ ਪਾ ਕੇ ਯਾਦ ਕਰਦੀਆਂ ਨੇ ਬੱਚੇ ਨੂੰ, ਦਾਣਾ ਉਹਨਾਂ ਦੇ ਸਰੀਰ ਵਿੱਚ ਰਹਿੰਦਾ ਹੈ, ਤੱਤ ਬੱਚੇ ਨੂੰ ਮਿਲ ਜਾਂਦੇ ਨੇ। ਉੱਥੇ ਦਾਣੇ ਦਾ ਸਰੂਪ ਨਹੀਂ ਜਾਏਗਾ, ਇਹ ਖਿਆਲ ਰੱਖਣਾ।
ਹੁਣ ਤਾਂ ਵਿਗਿਆਨ ਸਹਿਜੇ ਸਹਿਜੇ ਨੂੰ ਸਾਰੇ ਨੂੰ ਸਿੱਧ ਹੀ ਕਰੀ ਜਾਂਦਾ ਸਭ ਕੁਝ। ਕਿਵੇਂ ਹੋ ਸਕਦਾ ਹੈ? ਆ ਪਹਿਲਾਂ ਫੈਕਸ ਚੱਲੀ ਸੀ, ਲੋਕ ਕਹਿੰਦੇ ਵੀ ਇੱਕ ਕਾਗਜ਼ ਤਾਂ ਸਾਡੇ ਕੋਲ ਹੀ ਰਹਿ ਗਿਆ, ਅੱਗੇ ਕਿਵੇਂ ਚਲਾ ਗਿਆ? ਕਿਵੇਂ ਹੋ ਸਕਦਾ ਹੈ? ਕੁਦਰਤ ਵਿੱਚ ਇਸ ਤਰ੍ਹਾਂ ਦਾ ਬਹੁਤ ਕੁਝ ਸੂਖਸ਼ਮ ਹੈ ਜਿਹੜਾ ਇਸ ਖੋਪਰੀ ਦੀ ਸਮਝ ਵਿੱਚ ਨਹੀਂ ਆਉਂਦਾ, ਇਸ ਤੋਂ ਅੱਗੇ ਵੀ ਹੈ। ਤਾਂ ਉੱਥੇ ਸਤਿਗੁਰਾਂ ਨੇ ਫਿਰ ਵਿਆਖਿਆ ਕੀਤੀ, ਕਹਿੰਦੇ ਸਿੰਘ ਪੰਚਨ ਮੈਂ ਮੇਰੂ ਵਾਸਾ, ਪੰਜਾਂ ਸਿੰਘਾਂ ਵਿੱਚ ਜਾਂ ਸਾਧ ਸੰਗਤ ਵਿੱਚ ਮੇਰਾ ਨਿਵਾਸ ਉਹ ਮੇਰਾ ਸਰੀਰ ਹੈ। ਪਰ ਇੱਕ ਗੱਲ ਯਾਦ ਰੱਖਿਓ, ਇਹ ਨਾ ਭੁੱਲ ਜਾਣਾ ਵੀ ਇਹ ਸਿੱਖ ਕਿਹੜਾ ਸੀ। ਜੇ ਤੇ ਉਹਦਾ ਨਾਮ ਤੁਸੀਂ ਚੇਤੇ ਰੱਖਿਆ ਨਾ, ਫਲਾਣਾ ਸਿੰਘ ਹੈ, ਕੱਲ ਵੇਖਿਆ ਸੀ ਨਹਿਰ ਤੇ ਬਹਿ ਕੇ ਦਾਤਨ ਕਰ ਰਿਹਾ ਸੀ, ਉਹੀ ਹੈ, ਪਰਸੋਂ ਵੇਖਿਆ ਸੀ, ਫਿਰ ਨਹੀਂ ਵਾਪਰੇਗਾ। ਪੰਜਾਂ ਸਿੰਘਾਂ ਦਾ ਮਤਲਬ, ਸਾਧ ਸੰਗਤ ਦਾ ਮਤਲਬ ਇਹ ਹੈ ਵੀ ਉੱਥੇ ਤੁਹਾਨੂੰ ਉਹਨਾਂ ਦੇ ਸਰੀਰਕ ਕ੍ਰਿਤਿਆ ਕਰਮ ਚੇਤੇ ਨਹੀਂ ਆਉਣੇ ਚਾਹੀਦੇ, ਫਿਰ ਉਹ ਗੁਰੂ ਹੈ, ਗੁਰੂ ਦਾ ਸਰੀਰ ਹੈ। ਅੱਗੇ ਬਚਨ ਕੀਤਾ, ਸਿੰਘ ਪੰਚਨ ਮੈਂ ਮੇਰੋ ਵਾਸਾ, ਪੂਰਨ ਕਰੋ ਧਰੋ ਜੇ ਆਸਾ। ਜੇ ਵਿਸ਼ਵਾਸ ਕਰ ਲੋਗੇ ਤੇ ਆਸ ਪੂਰੀ ਕਰ ਦਿਆਂਗਾ, ਤੇ ਜੇ ਵਿੱਚ ਛੋਟਾ ਜਿਹਾ ਕਿਣਕਾ ਵੀ ਰਹਿ ਗਿਆ, ਉਹਨੇ ਨਹੀਂ ਕੁਝ ਕਰਨ ਦੇਣਾ, ਉਹਨੇ ਹੋਣ ਨਹੀਂ ਦੇਣਾ। ਇਹ ਪ੍ਰੇਮ ਦਾ ਭੋਗ ਹੈ, ਅੱਜ ਵੀ ਹੋ ਸਕਦਾ। ਤਾਂ ਸਤਿਗੁਰੂ ਨੇ ਕਿਹਾ ਨਮਸਤੰ ਪਰਭੋਗੇ, ਤੂੰ ਬੜਾ ਵੱਡਾ ਭੋਗੀ ਹੈ ਤੇ ਪ੍ਰੇਮ ਦਾ ਭੋਗ ਕਰਨਾ। ਆਰੰਭ ਵਿੱਚ 14 ਨੰਬਰ ਤੋਂ ਆਪਾਂ ਅਖਰੀ ਅਰਥ ਕਰੀਏ। ਕਲਗੀਧਰ ਪਾਤਸ਼ਾਹ ਕਹਿੰਦੇ ਨਮਸਤੰ ਅਗਾਹੇ, ਗਾਹੇ ਦਾ ਅਰਥ ਹੈ, ਗਏ ਦਾ ਅਰਥ ਹੈ ਫੜਨਾ। ਤੈਨੂੰ ਕੋਈ ਫੜ ਨਹੀਂ ਸਕਦਾ, ਤੈਨੂੰ ਨਮਸਕਾਰ ਹੈ, ਤੈਨੂੰ ਕੋਈ ਫੜ ਨਹੀਂ ਸਕਦਾ। ਤੇ ਜਿਹੜੇ ਧਾਰਮਿਕ ਸਾਧਕ ਨੇ ਉਹਨਾਂ ਨੂੰ ਨਾਲ ਇਸ਼ਾਰਾ ਵੀ ਕਰ ਰਿਹਾ ਨਾ, ਫੜਨ ਦਾ ਯਤਨ ਨਾ ਕਰਿਆ ਜੇ, ਫੜਿਆ ਨਹੀਂ ਜਾਣਾ। ਤੁਸੀਂ ਆਪ ਉਹਦੇ ਵਿੱਚ ਡਿੱਗ ਸਕਦੇ ਹੋ, ਉਹਦੀ ਗੋਦ ਵਿੱਚ ਬਹਿ ਸਕਦੇ ਹੋ, ਉਹ ਤੁਹਾਡੇ ਹੱਥ ਵਿੱਚ ਨਹੀਂ ਆਏਗਾ, ਉਹ ਅਪਕੜ ਹੈ। ਸਾਹਿਬ ਕਹਿੰਦੇ ਨਮਸਤੰ ਅਗਾਹੇ, ਨਮਸਕਾਰ ਹੈ ਤੈਨੂੰ, ਤੂੰ ਕਿਸੇ ਤੋਂ ਫੜਿਆ ਨਹੀਂ ਜਾਂਦਾ। ਨਮਸਤੰ ਅਬਾਹੇ, ਤੇਰੀ ਕੋਈ ਅਸਵਾਰੀ ਨਹੀਂ, ਤੂੰ ਆਪਣੇ ਆਪ ਸਫ਼ਰ ਕਰ ਲੈਣਾ। ਜਿਹੜਾ ਤੈਨੂੰ ਯਾਦ ਕਰਦਾ ਤੂੰ ਉੱਥੇ ਹੀ ਹੈ, ਤੈਨੂੰ ਸਵਾਰੀ ਕਰਨ ਦੀ ਲੋੜ ਹੀ ਕੀ ਹੈ। ਕਰਨ ਵਾਲਾ ਗੈਰ ਹਾਜ਼ਰ ਹੋ ਸਕਦਾ ਹੈ, ਤੂੰ ਗੈਰ ਹਾਜ਼ਰ ਨਹੀਂ। ਫਿਰ ਅੱਗੇ ਬਚਨ ਕੀਤੇ, ਕਹਿੰਦੇ ਨਮਸਤੰ ਤ੍ਰੇ ਵਰਗੇ। ਇਹਦੇ ਅਰਥ ਨੇ ਕਿ ਉਹ ਇਹਨਾਂ ਤਿੰਨ ਚੀਜ਼ਾਂ ਤੋਂ ਤ੍ਰੇ ਵਰਗੇ। ਤ੍ਰੇ ਦਾ ਅਰਥ ਹੈ ਤਿੰਨ, ਵਰਗੇ ਦਾ ਅਰਥ ਹੈ ਆਕਾਰ, ਵਰਗ ਕਹਿੰਦੇ, ਵਰਗ ਕਿਲੋਮੀਟਰ। ਤਿੰਨ ਆਕਾਰਾਂ ਵਾਲਾ ਹੈ। ਉਹ ਕਿਹੜੇ ਨੇ? ਤਿੰਨ ਗੁਣ, ਰਜੋ ਤਮੋ ਤੇ ਸਤੋ। ਇਹਨਾਂ ਦਾ ਵੀ ਸਰੂਪ ਤੇਰਾ ਹੀ ਹੈ। ਇਹ ਤਿੰਨ ਗੁਣਾਂ ਵਾਲੇ ਤੈਨੂੰ ਨਮਸਕਾਰ ਹੈ। ਨਮਸਤੰ ਅਸਰਗੇ। ਅਸਰਗੇ ਦਾ ਭਾਵ ਹੈ ਕਿ ਤੈਨੂੰ ਸਿਰਜਿਆ ਨਹੀਂ ਜਾ ਸਕਦਾ, ਤੈਨੂੰ ਕਿਸੇ ਨੇ ਬਣਾਇਆ ਨਹੀਂ। ਆਦਿ ਕਾਲ ਤੋਂ ਤੂੰ ਬਣਿਆ ਹੀ ਹੋਇਆ ਹੈ, ਤੈਨੂੰ ਕੋਈ ਪੈਦਾ ਨਹੀਂ ਕਰਦਾ, ਤੈਨੂੰ ਕੋਈ ਬਣਾਉਂਦਾ ਨਹੀਂ। ਨਮਸਤੰ ਪਰਭੋਗੇ, ਇਹ ਆਪਾਂ ਵਿਆਖਿਆ ਕਰ ਲਈ ਹੈ ਕਿ ਉਹ ਪਿਆਰ ਦਾ ਭੋਗੀ ਹੈ, ਪਿਆਰ ਨੂੰ ਭੋਗਦਾ ਹੈ। ਜਿਹਦੇ ਕੋਲ ਪ੍ਰੇਮ ਹੈ, ਜਿਹੜਾ ਉਹਨੂੰ ਪ੍ਰੇਮ ਕਰਦਾ ਹੈ, ਉਹਨੂੰ ਸੱਦਣਾ ਥੋੜ੍ਹੀ ਪੈਂਦਾ ਵੀ ਆ, ਕਿਉਂਕਿ ਉਹਨੂੰ ਤਾਂ ਮਿਲਦੇ ਨਹੀਂ ਇਸ ਤਰ੍ਹਾਂ ਦਾ ਕੋਈ। ਇਸ ਲਈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਜਦੋਂ ਕੋਈ ਗੁਰਮੁਖ ਬਣਦਾ ਹੈ ਨਾ, ਰੱਬ ਨੂੰ ਇੰਨੀ ਖੁਸ਼ੀ ਹੁੰਦੀ ਹੈ ਜਿਵੇਂ ਕਿਸੇ ਪਰਿਵਾਰ ਵਿੱਚ ਬੱਚਾ ਨਾ ਹੋਵੇ ਤੇ 20 ਸਾਲਾਂ ਬਾਅਦ ਪੁੱਤਰ ਜਨਮ ਲਵੇ, ਉਮਰ ਲੰਘਦੀ ਜਾਂਦੀ ਹੋਵੇ, ਕਿੰਨੀ ਖੁਸ਼ੀ ਉਹਨੂੰ ਹੁੰਦੀ। ਜਦੋਂ ਕਦੀ ਕਦੀ ਕੋਈ ਸੰਤ ਬਣਦਾ ਹੈ ਤੇ ਰੱਬ ਨੂੰ ਇੰਨੀ ਖੁਸ਼ੀ ਹੁੰਦੀ ਹੈ, ਸੱਦਣਾ ਥੋੜ੍ਹੀ ਪੈਂਦਾ ਉਹਨੂੰ, ਉਹ ਤੇ ਲੱਭਦਾ ਫਿਰਦਾ, ਬਣੇ ਸਹੀ ਕਿਤੇ, ਕੁਆਲਿਟੀ ਜਿੱਥੇ ਹੈ। ਜਿਸ ਵਿਦਿਆਰਥੀ ਦੇ ਨੰਬਰ ਚੰਗੇ ਹੋਣ, ਉਹਨੂੰ ਲਾਈਨ ਵਿੱਚ ਥੋੜ੍ਹੀ ਲੱਗਣਾ ਪੈਂਦਾ, ਉਹਦੇ ਤੇ ਘਰ ਕਾਲ ਆ ਜਾਂਦੀ ਵੀ ਅਸੀਂ ਚਾਹੁੰਦੇ ਹਾਂ, ਕੰਪਨੀਆਂ ਵਾਲੇ ਪਿੱਛੇ ਫਿਰਦੇ ਨੇ। ਫਿਰਨ ਦੀ ਜ਼ਰੂਰਤ ਨਹੀਂ ਹੈ, ਕੁਆਲਿਟੀ ਦੀ ਜ਼ਰੂਰਤ ਹੈ, ਜੀਵਨ ਦੀ ਜ਼ਰੂਰਤ ਹੈ।
ਜੀਵਨ ਦੇ ਅਰਥ ਬਹੁਤੇ ਇਸ ਤਰ੍ਹਾਂ ਦੇ ਕੋਈ ਬਹੁਤੀਆਂ ਚੰਗਿਆਈਆਂ ਦੇ ਹੰਕਾਰ ਦੀ ਗੱਲ ਵੀ ਨਹੀਂ। ਜੀਵਨ ਦਾ ਅਰਥ ਹੈ ਬੰਦਾ ਕਿੰਨਾ ਆਪਣੇ ਆਪ ਨੂੰ ਛੱਡ ਸਕਦਾ ਹੈ, ਆਪਣੇ ਆਪੇ ਨੂੰ ਕਿੰਨਾ ਤਿਆਗਦਾ ਹੈ, ਹੰਕਾਰ ਨੂੰ। ਤਾਂ ਉਹ ਇਸ ਤਰ੍ਹਾਂ ਦਾ ਹੈ, ਉਹ ਖੋਜਦਾ ਫਿਰਦਾ ਹੈ ਵੀ ਕਿਸੇ ਘਰ ਵਿੱਚ ਮੇਰਾ ਵੀ ਪ੍ਰਸ਼ਾਦਾ ਪੱਕੇਗਾ ਕਿ ਨਹੀਂ, ਕਿ ਮੈਂ ਇੰਨੇ ਰਸੋਈਏ ਬਣਾਏ ਤੇ ਪਕਾਉਂਦਾ ਕੋਈ ਵੀ ਨਹੀਂ, ਪ੍ਰੇਮ ਕਿਸੇ ਵਿੱਚ ਵੀ ਨਹੀਂ ਹੈ, ਬੜੀ ਭੁੱਖ ਵਿੱਚ ਹੈ। ਉਹ ਬਹੁਤ ਭੁੱਖ ਵਿੱਚ ਕਿਸੇ ਭਗਤ ਨੂੰ ਲੱਭਦਾ ਫਿਰਦਾ ਕਿ ਕਿਤੇ ਮਿਲ ਜਾਏ, ਮੈਂ ਉਸ ਤੋਂ ਕੁਝ ਛਕਾਂ, ਕੁਝ ਖਾ ਲਵਾਂ। ਫਿਰ ਕਹਿੰਦੇ ਨਮਸਤੰ ਸੋ ਜੋਗੇ, ਜਿੱਥੇ ਉਹਦੇ ਭੋਗ ਦੀ ਪੂਰਤੀ ਹੋ ਜਾਂਦੀ ਹੈ, ਜਿੱਥੇ ਉਹਨੂੰ ਪ੍ਰੇਮ ਦਾ ਪਦਾਰਥ ਮਿਲ ਜਾਂਦਾ ਹੈ, ਉੱਥੇ ਉਹ ਸਜੋਗੇ ਦਾ ਅਰਥ ਹੈ ਸੋਹਣੀ ਤਰ੍ਹਾਂ ਜੁੜ ਜਾਂਦਾ ਹੈ। ਉਸ ਬੰਦੇ ਨੂੰ ਰੱਬ ਨਾਲ ਨਹੀਂ ਜੁੜਨਾ ਪੈਂਦਾ, ਰੱਬ ਨੂੰ ਉਹਦੇ ਨਾਲ ਜੁੜਨਾ ਪੈਂਦਾ। ਉਹਦੇ ਨਾਲ ਇੰਨਾ ਜੁੜ ਜਾਂਦਾ ਹੈ ਕਿ ਉਹਦੇ ਤੋਂ ਇੱਕ ਪਲ ਵੀ ਦੂਰ ਹੋਣ ਲਈ ਤਿਆਰ ਨਹੀਂ, ਉਹਦੀ ਸਿਕਿਉਰਿਟੀ ਰਹਿੰਦੀ ਹੈ, ਉਹਦੇ ਆਲੇ ਦੁਆਲੇ ਵਿਚਰਦਾ ਹੈ। ਉਹ ਜੋ ਅਚਿੰਤ ਕੰਮ ਕਰੇ ਪ੍ਰਭ ਤਿਨ ਕੇ, ਜਿਨ ਹਰਿ ਕਾ ਨਾਮ ਪਿਆਰਾ। ਇੰਨਾ ਜੁੜਦਾ, ਇੰਨਾ ਗਹਿਰਾ ਜੁੜ ਜਾਂਦਾ ਕਿ ਉਹ ਦੋਵੇਂ ਇੱਕ ਹੋ ਜਾਂਦੇ ਨੇ। ਇਹਨੂੰ ਕਹਿੰਦੇ ਨਮਸਤੰ ਸੋ ਜੋਗੇ, ਜੁੜਿਆ ਹੋਇਆ ਆਪਣੇ ਪਿਆਰਿਆਂ ਦੇ ਨਾਲ। ਫਿਰ ਕਹਿੰਦੇ ਨਮਸਤੰ ਅਰੰਗੇ, ਤੈਨੂੰ ਕੋਈ ਰੰਗ ਨਹੀਂ ਲੱਗਦਾ, ਤੈਨੂੰ ਕੋਈ ਕਲੰਕ ਨਹੀਂ ਲੱਗਦਾ, ਕੋਈ ਧੱਬੇ ਨਹੀਂ ਲੱਗਦੇ, ਸਾਰਿਆਂ ਤੋਂ ਰਹਿਤ ਹੈ। ਨਮਸਤੰ ਅਭੰਗੇ, ਦੁਨੀਆ ਦੀਆਂ ਜਿੰਨੀਆਂ ਪ੍ਰਾਪਤੀਆਂ ਨੇ, ਜਿੰਨੀਆਂ ਪੋਸਟ ਨੇ, ਜਿੰਨੇ ਅਹੁਦੇ ਨੇ, ਉਹਨਾਂ ਨੂੰ ਭੰਗ ਕੀਤਾ ਜਾ ਸਕਦਾ ਹੈ, ਉਹਨਾਂ ਨੂੰ ਖਾਰਜ ਕੀਤਾ ਜਾ ਸਕਦਾ, ਉਹਨਾਂ ਨੂੰ ਤੋੜਿਆ ਜਾ ਸਕਦਾ। ਹਾਂ, ਤੁਸੀਂ ਵੇਖਦੇ ਹੋ ਨਾ, ਫਲਾਣੇ ਦੀ ਮੈਂਬਰੀ ਵਿਧਾਨ ਸਭਾ ਦੀ ਖਾਰਜ ਕਰ ਦਿੱਤੀ ਗਈ, ਫਲਾਣੇ ਰਾਜ ਦੀ ਸਰਕਾਰ ਸੈਂਟਰ ਨੇ ਤੋੜ ਦਿੱਤੀ ਹੈ। ਬਣੀ ਤਾਂ ਐ ਸੀ, ਕੁਰਸੀ ਤਾਂ ਬੜੀ ਵੱਡੀ ਸੀ, ਪਰ ਉੱਤੋਂ ਆਇਆ ਕੋਈ ਹੋਰ, ਉਹਨੇ ਬਾਂਹ ਫੜ ਕੇ ਉਠਾ ਦਿੱਤਾ, ਤੇਰੀ ਨਹੀਂ ਹੈ, ਖਾਰਜ ਕਰ ਦਿੱਤਾ, ਭੰਗ ਕਰ ਦਿੱਤਾ ਉਸਨੂੰ। ਉਹਨਾਂ ਨੂੰ ਵੀ ਕੋਈ ਭੰਗ ਕਰ ਸਕਦਾ। ਦੁਨੀਆ ਵਿੱਚ ਜਿੰਨੇ ਅਹੁਦੇ ਨੇ ਸਾਰੇ ਭੰਗ ਕੀਤੇ ਜਾ ਸਕਦੇ, ਪਰ ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੇ ਅਹੁਦੇ ਨੂੰ ਕੋਈ ਭੰਗ ਕਰਨ ਵਾਲਾ ਨਹੀਂ, ਇਸ ਕਰਕੇ ਨਮਸਤੰ ਅਭੰਗੇ, ਤੁਹਾਨੂੰ ਕੋਈ ਭੰਗ ਨਹੀਂ ਕਰ ਸਕਦਾ। ਜਿਹੜੇ ਤੁਹਾਡੇ ਨਾਲ ਜੁੜ ਗਿਆ ਉਹਨਾਂ ਨੂੰ ਵੀ ਕੋਈ ਭੰਗ ਨਹੀਂ ਕਰ ਸਕਦਾ। ਅਭੰਗੇ, ਭੰਗਣਾ ਨਹੀਂ ਕਰ ਸਕਦਾ। ਫਿਰ ਕਹਿੰਦੇ ਇਸ ਤਰ੍ਹਾਂ ਦਾ ਉਹਦਾ ਜੀਵਨ ਹੈ, ਭੰਗ ਹੋਣ ਤੋਂ ਰਹਿਤ ਹੈ, ਅਰੰਗ ਹੈ, ਆਪਣੇ ਪਿਆਰਿਆਂ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ, ਤ੍ਰੇ ਵਰਗ ਹੈ, ਤਿੰਨ ਵਰਗ, ਤਿੰਨ ਤਰ੍ਹਾਂ ਦਾ ਉਹਦੇ ਵਿੱਚ ਜਿਹੜੇ ਤਿੰਨ ਗੁਣ ਆਦਮੀ ਦੇ ਵਿੱਚ ਨੇ, ਰਜੋ ਤਮੋ ਤੇ ਸਤੋ ਗੁਣ, ਇਹ ਵੀ ਉਹਦਾ ਇੱਕ ਸਰੂਪ ਹੈ। ਉਹ ਇਹਨਾਂ ਤਿੰਨਾਂ ਨੂੰ ਵੀ ਇਕੱਠੇ ਰੱਖਦਾ ਕੋਲ। ਇਹ ਜਿਹੜੇ ਰਜੋ ਤਮੋ ਸਤੋ ਤਿੰਨ ਤਰ੍ਹਾਂ ਦੇ ਸੁਭਾਅ ਨੇ, ਇਹ ਵੀ ਉਹਦੇ ਵਿੱਚ ਮੌਜੂਦ ਨੇ, ਪਰ ਉਹ ਇਹਨਾਂ ਦਾ ਅਧੀਨ ਨਹੀਂ, ਇਹਨਾਂ ਤੋਂ ਉੱਚਾ ਹੈ, ਪਰ ਭੋਗੇ ਹੈ, ਆਪਣੇ ਪਿਆਰ ਦਾ ਭੋਗ ਕਰਨ ਵਾਲਾ ਹੈ, ਔਰ ਉਹਨਾਂ ਨਾਲ ਜੁੜਿਆ ਰਹਿੰਦਾ ਹੈ। ਆਓ 1-2 ਮਿੰਟ ਸ਼ਬਦ ਨਾਲ ਸਾਂਝ ਪਾਈਏ, ਸਮਾਪਤੀ ਕਰਾਂਗੇ। ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।